ਅੱਜ ਦੇ ਲਾਈਵ ਸੈਸ਼ਨ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਪਿਆਰ ਭਰੀ ਸਤਿ ਸ੍ਰੀ ਅਕਾਲ। ਜਿੰਨੇ ਵੀ ਸਟੂਡੈਂਟ ਸਾਡੇ ਨਾਲ ਨਵੇਂ ਜੁੜ ਚੁੱਕੇ ਨੇ ਉਹਨਾਂ ਸਾਰਿਆਂ ਨੂੰ ਮੈਂ ਦੱਸਣਾ ਚਾਹਾਂਗਾ ਕਿ 1 ਘੰਟੇ ਤੱਕ ਇਹ ਪ੍ਰੋਗਰਾਮ ਚੱਲੇਗਾ। ਤੁਸੀਂ ਲਾਈਵ ਕਾਲ ਕਰ ਸਕਦੇ ਹੋ। ਜਿਹੜਾ ਨੰਬਰ ਹੈ ਉਹ ਸਕਰੀਨ ਦੇ ਉੱਪਰ ਫਲੈਸ਼ ਹੋ ਰਿਹਾ ਹੈ 85 752 85 752। ਤੁਸੀਂ ਕਾਲ ਕਰ ਸਕਦੇ ਹੋ। ਅੱਜ ਦੇ ਸਾਡੇ ਐਕਸਪਰਟ ਉਦਿਤ ਚੋਪੜਾ ਜੀ ਜੁੜ ਚੁੱਕੇ ਨੇ ਚੋਪੜਾ ਕੰਸਲਟੈਂਸੀ ਤੋਂ। ਚੋਪੜਾ ਜੀ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਤਾਂ ਉਦਿਤ ਜੀ, ਜਿਵੇਂ ਮੈਂ ਹੁਣ ਗੱਲ ਕਰਾਂ ਤਾਂ ਕੈਨੇਡਾ ਨੂੰ ਲੈ ਕੇ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ। ਕੈਨੇਡਾ ਨੂੰ ਲੈ ਕੇ ਬੱਚਿਆਂ ਦੇ ਮਨ ਦੇ ਵਿੱਚ ਡਾਊਟਸ ਬਹੁਤ ਸਾਰੇ ਆ ਰਹੇ ਨੇ ਕਿਉਂਕਿ ਫਾਈਲਸ ਡਿਲੇ ਹੋ ਰਹੀਆਂ ਨੇ, ਰਿਜ਼ਲਟ ਦੇ ਵਿੱਚ ਦੇਰੀ ਹੋ ਰਹੀ ਹੈ। ਕਾਰਨ ਕੀ ਹੈ? ਬੱਚਿਆਂ ਦੇ ਵਿੱਚ ਨੈਗੇਟਿਵਿਟੀ ਬਹੁਤ ਭਰ ਚੁੱਕੀ ਹੈ। ਉਦਿਤ ਜੀ, ਸਭ ਤੋਂ ਪਹਿਲਾਂ ਇਹਦੇ ਬਾਰੇ ਜਰੂਰ ਸਾਡੇ ਬੱਚਿਆਂ ਨੂੰ ਜਾਣਕਾਰੀ ਦਿਓ। ਹਾਂਜੀ, ਸੋ ਬੇਸਿਕਲੀ ਇਹ ਹੁਣ ਥੋੜਾ ਜਿਹਾ ਆਪਾਂ ਮਹੀਨਾ ਪਹਿਲਾਂ ਦੀ ਗੱਲ ਕਰਦੇ, ਜਿਹੜੇ ਬੱਚੇ ਦੀ ਹੁਣ ਆਪਾਂ ਨੂੰ ਖਬਰ ਆਈ ਸੀ ਕਿ ਬਈ ਬੱਚੇ ਡਿਪੋਰਟ ਕੀਤੇ ਜਾ ਰਹੇ ਆ 700। ਇੱਕ ਬਹੁਤ ਜ਼ਿਆਦਾ ਇੱਕ ਮੁੱਦਾ ਬਣ ਚੁੱਕਿਆ ਹੈ ਮਾਰਕੀਟ 'ਚ ਕਿ ਬਈ ਇਹ ਚੀਜ਼ਾਂ ਹੋ ਰਹੀਆਂ ਤੇ ਆਉਣ ਵਾਲੇ ਸਟੂਡੈਂਟ ਜਿਹੜੇ ਹੁਣ ਪ੍ਰੀਪੇਅਰ ਕਰ ਰਹੇ ਸੀ ਮਈ ਜਾਂ ਸੈਪਟੈਂਬਰ ਇਨਟੇਕ 'ਚ, ਉਹਨਾਂ ਦਾ ਕੀ ਬਣੇਗਾ। ਸੋ ਕਹਿਣਾ ਚਾਹਾਂਗਾ ਕਿ ਕੁਝ ਗਲਤੀਆਂ ਏਜੰਟ ਤੋਂ ਹੁੰਦੀ ਹੈ, ਪੂਰੀ ਇੰਡਸਟਰੀ ਗਲਤ ਨਹੀਂ ਹੈ, ਸਾਰੇ ਏਜੰਟ ਗਲਤ ਨਹੀਂ ਹੈ, ਨਾ ਕਿ ਬੱਚੇ ਗਲਤ ਨੇ। ਸੋ ਹੋ ਸਕਦਾ ਹੈ ਕਿ ਕੁਝ ਇਹੋ ਜਿਹੇ ਐਲੀਮੈਂਟਸ ਹੁੰਦੇ ਆ ਮਾਰਕੀਟ ਵਿੱਚ ਜਿਹੜੇ ਕੁਝ ਚੰਦ ਮਤਲਬ ਰੈਵਨਿਊ ਵਾਸਤੇ ਬੱਚਿਆਂ ਦਾ ਫਿਊਚਰ ਖਰਾਬ ਕਰਦੇ ਆ। ਸੋ ਸਾਨੂੰ ਮੈਂ ਹਮੇਸ਼ਾ ਇਹ ਵੀਡੀਓ 'ਚ ਕਹਿੰਦਾ ਕਿ ਬਈ ਇੱਕ ਇਹੋ ਜਿਹਾ ਕੰਸਲਟੈਂਟ ਫਾਈਂਡ ਆਊਟ ਕਰੋ ਜਿਹਦੇ ਵਿੱਚ ਜੋ ਤੁਹਾਡਾ ਇੱਕ ਜੈਨੂਅਨ ਤਰੀਕੇ ਨਾਲ ਵੀਜ਼ਾ ਅਪਲਾਈ ਕਰੇਗਾ, ਤੁਹਾਨੂੰ ਵੀਜ਼ਾ ਦੇਗਾ ਐਂਡ ਤੁਹਾਡਾ ਪੋਸਟ ਸਟੱਡੀ ਵਰਕ ਪਰਮਿਟ ਅਪਲਾਈ ਕਰੇਗਾ। ਸੋ ਉੱਥੇ ਜਾ ਕੇ ਪ੍ਰੋਬਲਮ ਨਾ ਆਏ, ਇਸੇ ਦੇ ਉੱਤੇ ਇੱਕ ਚੋਪੜਾ ਕੰਸਲਟੈਂਸੀ ਤੇ ਮੈਂ ਉਦਿਤ ਚੋਪੜਾ ਪਿਛਲੇ 7 ਤੋਂ 8 ਸਾਲ ਤੋਂ ਕੰਮ ਕਰ ਰਿਹਾ ਤੇ ਪਤਾ ਨਹੀਂ ਕਿੰਨੇ ਅਸੀਂ ਵੀਜ਼ਾ ਦੇ ਚੁੱਕੇ ਹਾਂ ਤੇ ਹੁਣ ਦੇ ਵੀ ਰਹੇ ਹਾਂ ਤੇ ਅੱਗੇ ਦੇਣਗੇ ਵੀ। ਸੋ ਇਹ ਜਿਹੜੀ ਸਟੋਰੀ ਹੈਗੀ ਹੈ ਡਿਪੋਰਟ ਹੋਣ ਦੀ, ਇਹ ਹੋ ਸਕਦਾ ਹੈ ਸਟੋਰੀ ਵਧੇ ਵੀ ਜੇ ਵੈਰੀਫਿਕੇਸ਼ਨ ਹੋਏਗੀ ਹੋ ਸਟੂਡੈਂਟਸ ਦੀ, ਤੇ ਹੋ ਸਕਦਾ ਹੈ ਹੋਣੀ ਵੀ ਚਾਹੀਦੀ ਹੈ। ਮੈਂ ਇਹ ਨਹੀਂ ਕਹਿੰਦਾ ਕਿ ਨਾ ਹੋਏ। ਜਿਹੜਾ ਚੰਗਾ ਕੰਸਲਟੈਂਟ ਹੈ, ਮੈਂ ਇਹ ਕਹਿੰਦਾ ਕਿ ਬਈ ਇਹਨੂੰ ਵਧਾਓ ਤੇ ਸਕਰੂਟਨੀ ਵਧਾਓ ਤੇ ਵੈਰੀਫਿਕੇਸ਼ਨ ਵੀ ਵਧਾਓ ਕਿ ਜਿਹੜਾ ਚੰਗਾ ਕੰਸਲਟੈਂਟ ਹੈ ਉੱਠ ਕੇ ਸਾਹਮਣੇ ਆਏ। ਠੀਕ ਹੈ ਨਾ, ਕੈਨੇਡਾ ਸਰਕਾਰ ਨੂੰ ਵੀ ਪਤਾ ਚੱਲੇ ਕਿ ਚੰਗਾ ਕੰਸਲਟੈਂਟ ਕਿਹੜਾ ਚੰਗੇ ਤਰੀਕੇ ਨਾਲ ਫਾਈਲ ਲਾ ਰਿਹਾ ਹੈ, ਮਾੜੇ ਤਰੀਕੇ ਨਾਲ ਕਿਹੜਾ ਕੰਮ ਕਰ ਰਿਹਾ ਹੈ। ਸੋ ਆਲ ਦਿਸ ਥਿੰਗਸ ਸ਼ੁੱਡ ਕਮ ਇਨ ਦੀ ਫਰੰਟ ਇਫ ਦ ਕੰਸਲਟੈਂਟ ਇਜ਼ ਰੀਅਲੀ ਗੁੱਡ ਐਂਡ ਡੂਇੰਗ ਅ ਗੁੱਡ ਜੌਬ। ਜੀ, ਤਾਂ ਇੱਕ ਵਾਰੀ ਫਿਰ ਮੈਂ ਸਟੂਡੈਂਟਸ ਨੂੰ ਦੱਸ ਦਵਾਂ ਜਿਹੜੇ ਨਵੇਂ ਜੁੜੇ ਨੇ, ਸਕਰੀਨ ਦੇ ਉੱਪਰ ਤੁਸੀਂ ਨੰਬਰ ਦੇਖ ਪਾ ਰਹੇ ਹੋ। ਤੁਸੀਂ ਕਾਲ ਕਰਕੇ ਕਿਸੇ ਵੀ ਤਰੀਕੇ ਦੀ ਤੁਹਾਡੀ ਫਾਈਲ ਹੈ ਸਟੱਡੀ ਦੇ ਰਿਲੇਟਡ, ਤੁਸੀਂ ਸਾਡੇ ਐਕਸਪਰਟ ਤੋਂ ਰਾਏ ਲੈ ਸਕਦੇ ਹੋ, ਕਾਲ ਕਰ ਸਕਦੇ ਹੋ। ਔਰ ਦੂਸਰੀ ਗੱਲ ਮੈਂ ਚੋਪੜਾ ਦੀ ਜੇਕਰ ਕਰਾਂ ਤਾਂ ਹੁਣ ਬੱਚੇ ਕੀ ਡਾਕੂਮੈਂਟਸ ਨੇ, ਕੀ ਰਿਕੁਆਇਰਮੈਂਟਸ ਨੇ ਵਧੀਆ ਫਾਈਲ ਦੀ ਆਪਾਂ ਜੇਕਰ ਗੱਲ ਕਰੀਏ, ਜਿਵੇਂ ਤੁਸੀਂ ਡਿਪੋਰਟ ਹੋਣ ਦੀ ਗੱਲ ਕੀਤੀ ਹੈ ਸਟੂਡੈਂਟਸ ਦੀ, ਤਾਂ ਹੁਣ ਸਟੂਡੈਂਟ ਦੇ ਮਨ ਦੇ ਵਿੱਚ ਇਹ ਸ਼ੰਕਾ ਜਿਹੜੀ ਬੈਠਦੀ ਹੈ ਕਿ ਹੁਣ ਡਾਕੂਮੈਂਟ ਦੀ ਰਿਕੁਆਇਰਮੈਂਟ ਕਿਵੇਂ ਦੀ ਹੋਵੇਗੀ ਜਾਂ ਇੱਕ ਵਧੀਆ ਪ੍ਰੋਫਾਈਲ ਦੇ ਵਾਸਤੇ ਕੀ ਰਿਕੁਆਇਰਮੈਂਟ ਨੇ, ਉਹ ਜ਼ਰੂਰ ਜਾਣਕਾਰੀ ਸਾਂਝੀ ਕਰੇ। ਸੋ ਸਰ, ਹਲੇ ਆਪਾਂ 2023 ਮਾਰਚ ਐਂਡ ਵਿੱਚ ਖੜੇ ਆ। ਸੋ ਬੇਸਿਕਲੀ ਹੁਣ ਕਾਫੀ ਸਟੂਡੈਂਟਸ ਜਿਹੜੇ ਹੈਗੇ ਆ ਪਲੱਸ 2 ਦੇ ਐਗਜ਼ਾਮ ਦੇ ਰਹੇ ਆ, ਗ੍ਰੈਜੂਏਸ਼ਨ ਦੇ ਐਗਜ਼ਾਮ ਦੇ ਰਹੇ ਆ। ਪਲੱਸ 2 ਦੇ ਐਗਜ਼ਾਮ ਤੋਂ ਬਾਅਦ ਕੁਝ ਬੱਚੇ ਆਪਣੀ ਕੰਡੀਸ਼ਨਲ ਆਫਰ ਲੈਟਰ ਮੰਗਵਾ ਸਕਦੇ ਆ ਯੂਨੀਵਰਸਿਟੀਜ਼ ਤੋਂ ਜਾਂ ਕਾਲਜਿਸ ਤੋਂ। ਇਹਦਾ ਮਤਲਬ ਇਹ ਹੁੰਦਾ ਹੈ ਕਿ ਬਈ ਇੱਕ ਸੀਟ ਬਲੌਕ ਹੋ ਜਾਂਦੀ ਹੈ ਕਿ ਬਈ ਜਦ ਬੱਚੇ ਦੀ ਮਾਰਕਸ਼ੀਟ ਆਉਂਦੀ ਹੈ ਤਦ ਅਸੀਂ ਉਹ ਮਾਰਕਸ਼ੀਟ ਨੂੰ ਦਿਖਾ ਕੇ ਯੂਨੀਵਰਸਿਟੀ ਨੂੰ ਇੱਕ ਅਨਕੰਡੀਸ਼ਨਲ ਆਫਰ ਲੈਟਰ ਲੈ ਸਕਦੇ ਹਾਂ, ਜਿਸ ਬੇਸ ਤੇ ਅਸੀਂ ਉਹ ਵੀਜ਼ਾ ਅਪਲਾਈ ਕਰਾਂਗੇ। ਸੋ ਕਹਿਣ ਦਾ ਮਤਲਬ ਇਹ ਹੈ ਕਿ ਬਈ ਜਦ ਤੱਕ ਮਾਰਕਸ਼ੀਟ ਨਹੀਂ ਆਉਂਦੀ ਤੁਸੀਂ ਆਪਣੀ ਆਈਲਟਸ ਦੀ ਤਿਆਰੀ ਕਰੋ, ਕਿਉਂਕਿ ਹੁਣ ਬੱਚਿਆਂ ਦੇ 2 ਜਾਂ 3 ਤਰੀਕ ਤੱਕ ਐਗਜ਼ਾਮਸ ਖਤਮ ਹੋ ਜਾਣੇ ਆ। ਹੁਣ ਬੱਚਿਆਂ ਨੇ ਆਈਲਟਸ ਦੀ ਤਿਆਰੀ ਕਰਨੀ ਹੈ, ਕੋਈ 15 ਦਿਨ ਕਰੇਗਾ, ਕੋਈ ਮਹੀਨਾ ਕਰੇਗਾ, ਕੋਈ 2 ਮਹੀਨੇ ਕਰੇਗਾ। ਇਹ ਪ੍ਰੋਸੈਸ ਆਈਲਟਸ ਦਾ ਖਤਮ ਹੋਣ ਤੋਂ ਪਹਿਲਾਂ ਇੱਕ ਪੈਰਲਲ ਪ੍ਰੋਸੈਸ ਸ਼ੁਰੂ ਕਰੋ, ਉਹ ਹੈਗਾ ਜੀ ਵੀਜ਼ਾ ਪ੍ਰੋਸੈਸ। 10ਵੀਂ ਦੀ ਮਾਰਕਸ਼ੀਟ ਲੈ ਕੇ ਜਾਓ, ਪਾਸਪੋਰਟ ਲੈ ਕੇ ਜਾਓ, ਪਲੱਸ 2 ਦੇ ਟੈਂਟੇਟਿਵ ਮਾਰਕਸ ਨੰਬਰ ਦੱਸੋ ਏਜੰਟ ਨੂੰ ਤੁਹਾਡੇ ਕਿੰਨੇ ਕੁ ਆ ਸਕਦੇ ਆ। ਉਹਦੇ ਬੇਸ ਤੇ ਤੁਸੀਂ ਇੱਕ ਕੰਡੀਸ਼ਨਲ ਆਫਰ ਲੈਟਰ ਮੰਗਵਾਓ, ਕੋਈ ਵੀ ਕਾਲਜ ਦੀ ਮੰਗਾਓ ਜਿਹੜਾ ਤੁਹਾਨੂੰ ਕੰਡੀਸ਼ਨਲ ਆਫਰ ਲੈਟਰ ਦੇ ਰਿਹਾ ਹੈ। ਯੂਨੀਵਰਸਿਟੀਜ਼ ਦੇ ਰਹੀ ਹੈ, UCW ਦੇ ਰਿਹਾ, ਯੂਨੀਵਰਸਿਟੀ ਆਫ ਕੈਨੇਡਾ ਵੈਸਟ ਦੇ ਰਹੀ ਹੈ, ਟ੍ਰੈਂਟ ਦੇ ਰਹੀ ਹੈ, ਕੋਨਸਟੋਗਾ ਦੇ ਰਹੀ ਹੈ। ਕੁਝ ਇਹੋ ਜਿਹੀ ਯੂਨੀਵਰਸਿਟੀਜ਼ ਵੀ ਹੁੰਦੀ ਹੈ, ਕਾਲਜਿਸ ਵੀ ਹੁੰਦੇ ਹੈ, $1000 $1500 ਲੈ ਕੇ ਤੁਹਾਡੀ ਉਹ ਸੀਟ ਬੁੱਕ ਕਰ ਲੈਂਦੇ ਆ।
ਹੂੰ ਤੇ ਤੁਹਾਨੂੰ ਇਹ ਚੀਜ਼ ਕਹਿੰਦੇ ਆ ਕਿ ਬਈ ਜਦ ਤੱਕ ਤੁਹਾਡੀ ਮਾਰਕਸ਼ੀਟ ਨਹੀਂ ਆਉਂਦੀ ਤੁਹਾਡੀ ਸੀਟ ਬੁੱਕ ਹੈਗੀ ਹੈ। ਜਦ ਤੁਹਾਡੀ ਮਾਰਕਸ਼ੀਟ ਆਏਗੀ ਤੁਸੀਂ ਪੂਰੀ ਫੀਸ ਪੇ ਕਰਕੇ ਸਾਡੇ ਤੋਂ ਲੈਟਰ ਆਫ ਅਸੈਪਟੈਂਸ ਤੁਸੀਂ ਲੈ ਸਕਦੇ ਹੋ। ਸੋ ਇੱਕ ਜਿਹੜਾ ਇੱਕ ਟੈਨਸ਼ਨ ਵਾਲਾ ਟਾਈਮ ਹੁੰਦਾ ਹੈ ਕਿ ਸਾਡੀ ਇਨਟੇਕ ਤਾਂ ਨਹੀਂ ਖਰਾਬ ਹੋਏਗੀ, ਸਾਨੂੰ ਡੈਫਰਮੈਂਟ ਤਾਂ ਨਹੀਂ ਕਰਨੀ ਪਏਗੀ, ਉਹ ਟੈਨਸ਼ਨ ਦਾ ਟਾਈਮ ਕੱਢਣ ਦਾ ਇੱਕ ਇਹ ਜਿਹਾ ਸੋਲੂਸ਼ਨ ਹੈਗਾ ਕਿ ਬਈ ਬੱਚੇ ਖਤਮ ਹੋਣ ਤੋਂ ਬਾਅਦ ਹੀ ਇੱਕ ਚੰਗੇ ਕੰਸਲਟੈਂਟ ਕੋਲ ਜਾਣ, ਆਈਲਸ ਦੀ ਤਿਆਰੀ ਨਾਲ ਨਾਲ ਕਰਨ, ਤੇ ਜਿਹੜੇ ਵੀ ਡਾਊਟਸ ਉਹਨਾਂ ਦੇ ਹੈਗੇ ਹੈ ਉਹ ਕੰਡੀਸ਼ਨਲ ਆਫਰ ਲੈਟਰ ਨਾਲ ਹੀ ਖਤਮ ਹੋਣਗੇ। ਸੋ ਇਹ ਇਹਦਾ ਆਨਸਰ ਹੈਗਾ ਫॉर +2 ਸਟੂਡੈਂਟਸ ਜਿਨ੍ਹਾਂ ਨੇ ਡਿਪਲੋਮਾ ਲਈ ਜਾਂ ਯੂਜੀ ਪ੍ਰੋਗਰਾਮ ਲਈ ਜਾਣਾ ਹੈ, ਗ੍ਰੈਜੂਏਸ਼ਨ ਦੇ ਸਟੂਡੈਂਟਸ ਜਿਨ੍ਹਾਂ ਨੇ ਮਾਸਟਰਸ ਲਈ ਜਾਣਾ ਹੈ ਜਾਂ ਪੀਜੀ ਪ੍ਰੋਗਰਾਮ ਲਈ ਜਾਣਾ ਹੈ। ਸੋ ਹਰੇਕ ਚੀਜ਼ ਦਾ ਆਨਸਰ ਹੈਗਾ ਕੰਡੀਸ਼ਨਲ ਆਫਰ ਲੈਟਰ ਟਿਲ ਦ ਟਾਈਮ ਯੂ ਡੋਂਟ ਗੈਟ ਯੋਰ ਫਾਈਨਲ ਮਾਰਕਸ਼ੀਟ DMC or your +2 ਮਾਰਕਸ਼ੀਟ from your subjective boards। ਜੀ ਉਦਿਤ ਜੀ, ਮੇਰਾ ਇੱਕ ਹੋਰ ਬੜਾ ਇੰਪੋਰਟੈਂਟ ਸਵਾਲ ਹੈ, ਸਟੂਡੈਂਟਸ ਦਾ ਵੀ ਬਹੁਤ ਕਮੈਂਟ ਆ ਰਹੇ ਮੈਂ ਦੇਖ ਰਿਹਾ। ਆਸਟ੍ਰੇਲੀਆ ਦੀ ਆਪਾਂ ਜ਼ਿਕਰ ਗੱਲ ਕਰਦੇ ਹਾਂ, ਖਾਸ ਕਰਕੇ ਜੁਲਾਈ ਇਨਟੇਕ ਲਈ। ਜੁਲਾਈ ਇਨਟੇਕ ਦੇ ਵਾਸਤੇ GT ਵੇਵਰ ਦਾ ਕੀ ਪ੍ਰੋਸੈਸ ਚੱਲ ਰਿਹਾ ਹੈ? ਸਟੂਡੈਂਟ ਵਾਸਤੇ ਤੁਸੀਂ ਕੀ ਗਾਈਡਲਾਈਨ ਦੇਣਾ ਚਾਹੋਗੇ? ਕਿਉਂਕਿ ਜੁਲਾਈ ਇਨਟੇਕ ਲਈ ਬਹੁਤ ਸਾਰੀਆਂ ਧਾਰਨਾਵਾਂ ਬਣ ਚੁੱਕੀਆਂ ਨੇ, ਸਟੂਡੈਂਟਸ ਦੇ ਮਨਾਂ ਦੇ ਵਿੱਚ ਪਾ ਦਿੱਤਾ ਜਾ ਰਿਹਾ ਹੈ ਕੁਝ ਕੰਸਲਟੈਂਟ ਦੇ ਵੱਲੋਂ। ਤਾਂ ਤੁਸੀਂ ਕੀ ਰੈਫਰ ਕਰਦੇ ਹੋ ਸਟੂਡੈਂਟਸ ਨੂੰ ਜੁਲਾਈ ਇਨਟੇਕ ਦੇ ਵਾਸਤੇ? ਤੁਹਾਡੇ ਕੀ ਸੁਜੈਸ਼ਨਸ ਨੇ? ਸੋ ਸਰ, ਜੁਲਾਈ ਇਨਟੇਕ ਆਸਟ੍ਰੇਲੀਆ ਦਾ ਇੱਕ ਬਹੁਤ ਵੱਡਾ ਉਛਾਲ ਚੱਲ ਰਿਹਾ ਹੈ ਮਾਰਕੀਟ 'ਚ ਕਿ ਜੁਲਾਈ ਇਨਟੇਕ ਆਸਟ੍ਰੇਲੀਆ ਇੱਕ ਬਹੁਤ ਚੰਗੇ ਤਰੀਕੇ ਨਾਲ ਵੀਜ਼ੇ ਦੇਗਾ। ਮੈਂ ਇਹ ਨਹੀਂ ਕਹਿੰਦਾ ਕਿ ਨਹੀਂ ਦੇਗਾ, ਸਾਰੀ ਕੰਟਰੀਆਂ ਵੀਜ਼ੇ ਦੇਣਗੀ, ਉਹ ਭਾਵੇਂ ਕੈਨੇਡਾ ਹੋਏ, ਆਸਟ੍ਰੇਲੀਆ ਹੋਏ ਜਾਂ ਆਪਣੀ UK ਹੋਏ। ਮੈਂ ਸਿਰਫ ਇੱਕ ਚੀਜ਼ ਨਾਲ ਧਿਆਨ ਦੇਣਾ ਚਾਹੁੰਦਾ ਕਿ ਸਾਡੇ ਕੋਲ ਕੋਈ ਇਹੋ ਜਿਹੇ ਪ੍ਰੋਡਕਟਸ ਹੈਗੇ ਆ ਜਿਹਦੇ ਵਿੱਚ ਤੁਹਾਨੂੰ GT ਵੇਵਰ ਮਿਲਦਾ ਹੈ। ਹੁਣ GT ਵੇਵਰ ਕੀ ਹੁੰਦਾ ਹੈ? ਕਿਉਂਕਿ ਮੈਂ ਪੁਰਾਣੀ ਕਾਲਸ ਬਹੁਤ ਲਿੱਤੀਆਂ, ਬਹੁਤ ਬੱਚੇ ਮੇਰੇ ਕੋਲ ਆਏ ਆ, ਉਹ ਕਹਿੰਦੇ ਜੀ GT ਸਾਡੀ ਹੋਈ ਨਹੀਂ, ਸਾਡੀ GT ਤਾਂ ਡੈਫਰ ਹੋ ਗਈ ਜਾਂ GT ਦਾ ਰਿਜ਼ਲਟ ਨਹੀਂ ਆ ਰਿਹਾ। ਇਹ ਚੀਜ਼ ਨੂੰ, ਇਹ ਟਾਈਮ ਲਾਈਨ ਨੂੰ ਮਿਨੀਮਾਈਜ਼ ਕਰਨ ਲਈ ਮੇਰੇ ਕੋਲ ਕੁਝ ਇਹੋ ਜਿਹੀ ਯੂਨੀਵਰਸਿਟੀਜ਼ ਹੈਗੀ ਹੈ ਜਿਹਦੇ ਵਿੱਚ ਤੁਹਾਨੂੰ GT ਦਾ ਜਿਹੜਾ ਹੈਗਾ ਫਾਰਮੈਲਿਟੀ ਹੈਗੀ ਹੈ ਉਹ 15 ਦਿਨ ਤੋਂ ਛੱਡ ਕੇ ਆਪਾਂ 2 ਜਾਂ 3 ਦਿਨ 'ਚ ਤੁਹਾਡੀ GT ਨੂੰ ਕ੍ਰਾਸ ਕਰਕੇ ਤੁਹਾਨੂੰ ਅਨਕੰਡੀਸ਼ਨਲ ਆਫਰ ਲੈਟਰ ਦੇ ਸਕਦੇ ਆ। ਹੁਣ ਇਹਦੇ ਵਿੱਚ ਹੋ ਸਕਦਾ ਕਿ ਤੁਹਾਨੂੰ ਫੰਡ ਵੀ ਸ਼ੋ ਕਰਨੇ ਨਾ ਪੈਣ, ਹੋ ਸਕਦਾ ਕਿ ਬਈ ਤੁਹਾਡਾ ਅਨਕੰਡੀਸ਼ਨਲ ਆਫਰ ਲੈਟਰ 2 ਜਾਂ 3 ਦਿਨ 'ਚ ਆ ਜੇ। ਸੋ ਕੁਝ ਇਹੋ ਜਿਹੀ ਯੂਨੀਵਰਸਿਟੀਜ਼ ਹੈਗੀ ਹੈ, ਮੈਂ ਹੁਣ ਯੂਨੀਵਰਸਿਟੀਜ਼ ਵਾਲੇ ਨਾਲ ਵੀ ਗੱਲ ਕਰ ਰਿਹਾ ਸੀਗਾ ਕਿ ਉਹ ਇਹੀ ਕਹਿੰਦੇ ਆ ਕਿ ਬਸ ਪੇਰੈਂਟਸ ਦੀ ITR ਦਿਖਾ ਦਿਓ, ਪੇਰੈਂਟਸ ਦੀ ਹਸਬੈਂਡ ਜਾਂ ਵਾਈਫ ਦੀ ITR ਦਿਖਾ ਦਿਓ, ਕੰਬਾਈਨਡ ITR ਦਿਖਾ ਦਿਓ, ਤਾਂ ਉਹਦੇ ਬੇਸ ਤੇ ਵੀ ਅਸੀਂ ਤੁਹਾਨੂੰ ਇੱਕ ਅਨਕੰਡੀਸ਼ਨਲ ਆਫਰ ਲੈਟਰ ਦੇ ਸਕਦੇ ਹਾਂ। ਸੋ ਅਨਕੰਡੀਸ਼ਨਲ ਆਫਰ ਲੈਟਰ ਤੋਂ ਬਾਅਦ ਅਸੀਂ ਬੱਚੇ ਦੀ ਫੀਸ ਪੇ ਕਰਨੀ ਹੈ, COE ਆਏਗਾ, ਹੈਲਥ ਇੰਸ਼ੋਰੈਂਸ ਲੈਣੀ ਹੈ ਤੇ ਉਹਦੀ ਐਮਬੈਸੀ ਫੀ ਪੇ ਕਰਨੀ ਹੈ। ਸੋ ਜਿਹੜਾ ਇਹ ਚੀਜ਼ਾਂ ਹੈਗੀ ਹੈ ਇਹ ਬਹੁਤ ਹੁਣ ਕੰਪਰੈਸ ਕਰਕੇ ਅਸੀਂ ਟਾਈਮਲਾਈਨ ਬਣਾਈ ਹੈਗੀ ਹੈ ਜਿਹਦੇ ਵਿੱਚ ਬੱਚੇ ਦਾ 15 ਤੋਂ 20 ਦਿਨ 'ਚ ਆਸਟ੍ਰੇਲੀਆ ਦਾ ਸਟੂਡੈਂਟ ਵੀਜ਼ਾ ਫॉर ਜੁਲਾਈ ਇਨਟੇਕ ਆਣਾ ਹੀ ਚਾਹੀਦਾ ਹੈ। ਸੋ ਪ੍ਰੋਸੈਸ ਨੂੰ ਦੁਬਾਰਾ ਗੱਲ ਕਰਦੇ ਹਾਂ। ਆਸਟ੍ਰੇਲੀਆ ਦਾ ਪ੍ਰੋਸੈਸ ਹੁੰਦਾ ਕੀ ਹੈ ਜਿਹਦੇ ਵਿੱਚ ਬੱਚਾ ਇੱਕ PT ਕਰਦਾ ਜਾਂ ਆਇਲਸ ਕਰਦਾ। PT 55 ਨੋ ਲੈਸ ਦੈਨ 54 ਹੋਣਾ ਚਾਹੀਦਾ ਉਹਦਾ, 2022 ਪਾਸ ਆਊਟ ਹੋਣਾ ਚਾਹੀਦਾ ਹੈ ਜੇ ਉਹ UG ਪ੍ਰੋਗਰਾਮ ਲਈ ਜਾ ਰਿਹਾ ਹੈ, ਤੇ ਜੇ ਉਹ ਮਾਸਟਰਸ ਪ੍ਰੋਗਰਾਮ ਲਈ ਜਾ ਰਿਹਾ ਹੈ ਉਹਦੇ ਕੋਲ ਇੱਕ ਐਕਸਪਲੇਨੇਬਲ ਗੈਪ ਹੋਣਾ ਚਾਹੀਦਾ ਹੈ। ਮੈਂ ਕਦੇ ਵੀ ਇਹ ਚੀਜ਼ ਨਹੀਂ ਕਵਾਂਗਾ ਕਿ ਬੱਚੇ ਦਾ ਗੈਪ ਕਿੰਨਾ ਹੋਣਾ ਚਾਹੀਦਾ ਹੈ ਗ੍ਰੈਜੂਏਸ਼ਨ ਤੋਂ ਬਾਅਦ। ਹੋ ਸਕਦਾ ਹੈ ਭਾਵੇਂ ਉਹ 5 ਸਾਲ ਦਾ ਹੋਏ, 5 ਸਾਲ ਦਾ ਹੋਏ, 6 ਸਾਲ ਦਾ, 7 ਸਾਲ ਦਾ, 8 ਦਾ, 9 ਦਾ, 10 ਦਾ, ਬਟ it should be very much satisfactory to me, to my team ਕਿ ਜਿਹੜਾ ਇਹ ਗੈਪ ਹੈਗਾ ਇਹ ਇੱਕ ਇਮੀਗ੍ਰੇਸ਼ਨ ਆਫੀਸਰ ਨੂੰ ਸੈਟੀਸਫਾਈ ਕਰ ਰਿਹਾ ਕਿ ਜੈਨੂਇਨਲੀ ਬੰਦਾ ਕੋਈ ਬਿਜ਼ਨਸ ਕਰ ਰਿਹਾ ਸੀਗਾ, ਕੋਈ ਕੰਮ ਕਰ ਰਿਹਾ ਸੀਗਾ, ਜਾਂ ਫਿਰ ਉਹਦਾ ਜਿਹੜਾ ਇੰਟੈਂਸ਼ਨ ਹੈਗੀ ਹੈ ਉਹ ਬਾਹਰ ਪੜ੍ਹਨ ਦੀ ਹੈਗੀ ਹੈ, ਉਹ 2 ਸਾਲ ਦਾ ਕੋਰਸ ਕੰਪਲੀਟ ਕਰੇਗਾ ਜਾਂ ਨਹੀਂ ਕਰੇਗਾ। ਉਹਦੇ ਕੋਲ ਇੰਨੇ ਫੰਡ ਹੈਗੇ ਹੈ ਕਿ ਬਈ ਬੱਚਾ ਜਾ ਕੇ ਆਪਣੀ ਪੜ੍ਹਾਈ ਨੂੰ ਪਹਿਲਾ ਪ੍ਰੈਫਰੈਂਸ ਦੇਗਾ ਜਾਂ ਸੈਟਲਮੈਂਟ ਦੀ ਆਪਸ਼ਨ ਉਹ ਬਾਅਦ ਚ ਲੱਭੇਗਾ। ਸੋ ਇਸ ਤਰੀਕੇ ਨਾਲ ਬੱਚੇ ਦਾ ਆਸਟ੍ਰੇਲੀਆ ਦਾ ਸਟੂਡੈਂਟ ਵੀਜ਼ਾ ਆਉਂਦਾ, ਕਿਉਂਕਿ ਆਸਟ੍ਰੇਲੀਆ ਥੋੜਾ ਜਿਹਾ ਡਿਫਰੈਂਟ ਚੱਲਦਾ ਹੈ ਹੋਰ ਕੰਟਰੀਆਂ ਨਾਲ। ਆਸਟ੍ਰੇਲੀਆ ਇਹ ਕਹਿੰਦਾ ਕਿ ਬਈ ਮੈਨੂੰ ਬੱਚਾ ਚਾਹੀਦਾ ਹੈ ਗੁੱਡ ਕੁਆਲਿਟੀ। ਆਸਟ੍ਰੇਲੀਆ ਇਹ ਨਹੀਂ ਕਹਿੰਦਾ ਕਿ ਮੈਨੂੰ ਲੋਅਰ ਗ੍ਰੇਡ ਦਾ ਬੱਚਾ ਚਾਹੀਦਾ ਹੈ ਜਾਂ ਮੈਨੂੰ ਮਿਡਲ ਗ੍ਰੇਡ ਦਾ ਬੱਚਾ ਚਾਹੀਦਾ ਹੈ। ਅਸੀਂ ਇੱਕ ਮਿਡਲ ਕਲਾਸ ਨੂੰ ਚੰਗੀ ਪ੍ਰੋਫਾਈਲ ਦਿਖਾ ਸਕਦੇ ਆ ਵਧੀਆ SOP ਨਾਲ, ਬਟ ਇੱਕ ਲੋਅਰ ਕਲਾਸ ਜਿਹੜਾ ਲੋਅਰ ਆਪਣਾ ਗ੍ਰੇਡ ਦਾ ਬੱਚਾ ਹੈਗਾ ਜਿਹਦੇ 40% ਨੰਬਰ ਹੈਗੇ ਹੈ, 45% ਨੰਬਰ ਹੈਗੇ ਹੈ, 50% ਨੰਬਰ ਹੈਗੇ ਹੈ,
45% 45 ਨੰਬਰ ਉਹਦੇ ਪੀਟੀ 'ਚ ਹੈਗੇ, ਉਦੋਂ ਉਹਦੀ ਆਫਰ ਲੈਟਰ ਮੰਗਾਉਣੀ ਥੋੜੀ ਜਿਹੀ ਮੁਸ਼ਕਿਲ ਹੋ ਜਾਂਦੀ ਹੈ। ਸੋ ਹੋ ਸਕਦਾ ਕਿ ਕੰਸਲਟੈਂਟ ਤੁਹਾਨੂੰ ਇਹ ਵੀ ਕਹੇ ਕਿ ਅਸੀਂ ਤੁਹਾਨੂੰ ਡਿਪਲੋਮਾ ਪ੍ਰੋਗਰਾਮ ਤੇ ਪਾ ਦਿੰਦੇ ਆ, D2D ਪ੍ਰੋਗਰਾਮ ਤੇ ਪਾ ਦਿੰਦੇ ਆ, ਬਟ ਤੁਸੀਂ ਉਹਨਾਂ ਨੂੰ ਇਹ ਪੁੱਛੋ ਕਿ ਤੁਹਾਡੀ ਸਕਸੈਸ ਰੇਸ਼ੋ ਕੀ ਹੈ। ਹੁਣ 10 ਚੋਂ ਜੇ 2 ਵੀਜ਼ਾ ਆ ਵੀ ਰਿਹਾ ਕੰਸਲਟੈਂਟ ਤੇ, ਮੈਂ ਨਹੀਂ ਸਮਝਦਾ ਕਿ ਇੱਕ ਬਹੁਤ ਵਧੀਆ ਰੇਸ਼ੋ ਤੇ ਕੰਸਲਟੈਂਟ ਕੰਮ ਕਰ ਰਿਹਾ ਹੈ, ਕਿਉਂਕਿ ਇੱਕ ਚੰਗੇ ਕੰਸਲਟੈਂਟ ਦੀ ਜਿਹੜੀ ਰੇਸ਼ੋ ਹੁੰਦੀ ਹੈ ਉਹ ਘੱਟੋ ਘੱਟ 10 ਚੋਂ 8 ਵੀਜ਼ੇ ਕੱਢਣ ਦੀ ਹੋਣੀ ਚਾਹੀਦੀ ਹੈ। ਤਾਂ ਹੀ ਮੈਂ ਇਹ ਸਮਝਾਂਗਾ ਕਿ ਹਾਂ ਵੀ ਬੱਚਾ ਇੱਕ ਚੰਗੇ ਕੰਸਲਟੈਂਟ ਕੋਲ ਗਿਆ ਸੀ, ਉਹਦਾ ਵੀਜ਼ਾ ਰਿਫਿਊਜ਼ ਹੋਇਆ ਤਾਂ ਬੱਚੇ ਦੀ ਮਾੜੀ ਕਿਸਮਤ ਹੈ। ਬਟ ਜੇ ਕੰਸਲਟੈਂਟ ਨੇ ਫਾਈਲ ਚੰਗੇ ਤਰੀਕੇ ਨਾਲ ਯੂਨੀਵਰਸਿਟੀ ਕੈਟਾਗਰੀ 'ਚ ਲਾਈ ਹੈਗੀ ਹੈ, ਆਫਰ ਲੈਟਰ ਵਧੀਆ ਆਈ ਹੈ, ਵਧੀਆ ਫਾਈਨੈਂਸ਼ੀਅਲ ਸ਼ੋ ਕੀਤੇ ਹੈ, ਤਾਂ ਮੈਨੂੰ ਲੱਗਦਾ ਕਿ ਉਹਦਾ ਵੀਜ਼ਾ ਆਉਣਾ ਚਾਹੀਦਾ ਹੈ। ਸੋ ਦੁਬਾਰਾ ਸ਼ੁਰੂ ਕਰਦੇ ਜੀ। ਆਸਟ੍ਰੇਲੀਆ ਦਾ ਜਿਹੜਾ ਇੱਕ ਪ੍ਰੋਸੈਸ ਆਫਰ ਲੈਟਰ ਦਾ ਹੁੰਦਾ ਹੈ। ਆਫਰ ਲੈਟਰ ਤੋਂ ਬਾਅਦ ਉਹਦੀ ਇੱਕ ਜੀਟੀ ਦਾ ਪ੍ਰੋਸੈਸ ਹੁੰਦਾ ਹੈ, ਜੋ ਜੀਟੀ ਪ੍ਰੋਸੈਸ ਵਿੱਚ ਯੂਜੂਅਲੀ ਜਾਂ ਇੱਕ ਯੂਨੀਵਰਸਿਟੀ ਇਹ ਪੁੱਛਦੀ ਹੈ ਕਿ ਬੱਚੇ ਦੇ ਪੇਰੈਂਟਸ ਦੇ ਕੋਲ ਫੰਡ ਹੈਗੇ ਆ, 25 ਤੋਂ 30 ਲੱਖ ਦੇ ਫੰਡ ਸ਼ੋ ਕਰਨੇ ਪੈਂਦੇ ਆ, ਉਹਨਾਂ ਦੀ ਆਈਟੀਆਰ ਸ਼ੋ ਕਰਨੀ ਪੈਂਦੀ ਹੈ। ਆਈਟੀਆਰ ਘੱਟੋ ਘੱਟ 5 ਤੋਂ 7 ਲੱਖ ਦੀ ਹੋਣੀ ਚਾਹੀਦੀ ਹੈ। ਜੇ ਫਾਰਮ ਹੈਗੇ ਆ, ਜੇ ਫਾਰਮ ਵੀ ਚੱਲਦੇ ਆ। ਸੋ ਆਲ ਥੀਸ ਥਿੰਗਸ ਮੈਟਰ ਇਨ ਕਲੀਅਰਿੰਗ ਦਾ ਜੀਟੀ ਕ੍ਰਾਈਟੇਰੀਆ। ਉਸ ਤੋਂ ਬਾਅਦ ਇੱਕ ਤੁਹਾਡੀ ਅਨਕੰਡੀਸ਼ਨਲ ਆਫਰ ਲੈਟਰ ਆਉਂਦੀ ਹੈ। ਅਨਕੰਡੀਸ਼ਨਲ ਆਫਰ ਲੈਟਰ ਆਉਣ ਤੋਂ ਬਾਅਦ ਥੋੜੀ ਜਿਹੀ ਕਾਲਸ ਆ ਰਹੀ ਹੈ ਜੀ, ਕਾਲ ਚੱਕ ਲੈਂਦੇ ਆ ਪਹਿਲਾਂ। ਸੋ ਕਾਲ ਵਿੱਚ ਮਿਸ ਵੀ ਹੋ ਰਹੀ ਹੈ, ਤੇ ਜੇ ਮਿਸ ਹੋ ਰਹੀ ਹੈ ਕਾਲ ਤਾਂ ਮੈਂ ਦੁਬਾਰਾ ਇਹ ਚੀਜ਼ ਕਹਿਣਾ ਚਾਹਾਂਗਾ ਕਿ ਤੁਸੀਂ ਮੈਨੂੰ ਦੁਬਾਰਾ ਕਾਲ ਕਰ ਸਕਦੇ ਹੋ ਸਕਦਾ ਹੈ ਕਿ ਲਾਈਵ 'ਚੋਂ ਕਾਲ ਮੈਂ ਨਹੀਂ ਪਿਕ ਕਰਵਾਵਾਂ, ਬਟ ਮੇਕ ਸ਼ੋਰ ਕਿ ਤੁਸੀਂ ਦੁਬਾਰਾ ਕਾਲ ਕਰੋ, ਕਿ ਕਾਲ ਕੋਈ ਮਿਸ ਨਹੀਂ ਹੋਣੀ ਚਾਹੀਦੀ, ਕਿਉਂਕਿ ਜਿਹੜੀ ਡਿਸਕਸ਼ਨ ਚੱਲ ਰਹੀ ਹੈ ਬੜੀ ਇੰਪੋਰਟੈਂਟ ਡਿਸਕਸ਼ਨ ਚੱਲ ਰਹੀ ਹੈ। ਬੱਚਿਆਂ ਦੇ ਪੇਰੈਂਟਸ ਨੇ 15 ਤੋਂ 20 ਤੋਂ 25 30 ਲੱਖ ਰੁਪਏ ਤੱਕ ਲਾਣਾ ਹੈਗਾ ਆਪਣੇ ਬੱਚਿਆਂ ਦੀ ਐਜੂਕੇਸ਼ਨ ਲਈ। ਸੋ ਇੱਕ ਚੰਗੀ ਸਲਾਹ ਲਓ, ਚੰਗੇ ਸਲਾਹ ਵਾਲੇ ਚੰਗੇ ਕੰਸਲਟੈਂਟ ਕੋਲ ਜਾਓ, ਕਿਉਂਕਿ ਇਹ ਪੈਸਾ ਤੁਹਾਡਾ ਹੀ ਹੈਗਾ। ਪੈਸਾ ਉਹਨੂੰ ਦੇਣਾ ਹੈ, ਉਹਦੀ ਯੂਨੀਵਰਸਿਟੀ ਦੇਣਾ ਹੈ ਕਿ ਜਿੱਥੇ ਤੁਹਾਡੇ ਬੱਚੇ ਦਾ ਫਿਊਚਰ ਸਿਕਿਉਰ ਹੋਏ, ਐਂਡ ਉਸੇ ਕੰਸਲਟੈਂਟ ਦੀ ਰਾਹ ਲੈਣੀ ਹੈ ਜਿਹੜੀ ਕੰਸਲਟੈਂਟ ਨੂੰ ਉਹਦਾ ਟਰੈਕ ਰਿਕਾਰਡ ਚੰਗਾ ਹੋਏ ਤੇ ਉਹਨੇ ਇੱਕ ਚੰਗੇ ਕੰਮ ਕੀਤੇ ਹੈ, ਚੰਗੇ ਵੀਜ਼ਾ ਦਿੱਤੇ ਹੈ ਬੱਚਿਆਂ ਨੂੰ। ਸੋ ਆਸਟ੍ਰੇਲੀਆ ਦੀ ਗੱਲ ਕਰ ਰਹੇ ਸੀਗੀ, ਸੀਓਈ ਆਉਣ ਤੋਂ ਬਾਅਦ ਬੱਚੇ ਦਾ ਇਹ ਸਾਰੀ ਜਿਹੜੀ ਪ੍ਰੋਸੈਸ ਹੈਗੀ ਆਫਰ ਲੈਟਰ ਤੋਂ ਸੀਓਈ ਦਾ, ਇਹ ਘੱਟੋ ਘੱਟ ਡੇਢ ਤੋਂ 2 ਮਹੀਨੇ ਦਾ ਹੁੰਦਾ ਹੈ। ਸੋ ਇਸ ਪ੍ਰੋਸੈਸ ਨੂੰ ਘੱਟ ਕਰਨ ਲਈ ਸਾਡੀ ਟੀਮ ਲੱਗੀ ਹੋਈ ਹੈ, ਜਿਹਦੇ ਵਿੱਚ ਅਸੀਂ 15 ਤੋਂ 20 ਦਿਨ 'ਚ ਬੱਚੇ ਦਾ ਵੀਜ਼ਾ ਦੇ ਸਕਦੇ ਹਾਂ ਫॉर ਆਸਟ੍ਰੇਲੀਆ ਵੀਜ਼ਾ। ਸੋ ਜੁਲਾਈ ਇਨਟੇਕ ਓਪਨ ਹੈਗੀ ਹੈ ਫॉर ਯੂਜੀ ਪ੍ਰੋਗਰਾਮ ਐਂਡ ਫॉर ਪੀਜੀ ਪ੍ਰੋਗਰਾਮ। ਸੋ ਯੂਜੀ ਪ੍ਰੋਗਰਾਮ ਵਿੱਚ ਤੁਹਾਡਾ 2022 ਪਾਸ ਆਊਟ ਹੋਣਾ ਚਾਹੀਦਾ ਹੈ। ਘੱਟੋ ਘੱਟ ਬੱਚੇ ਦੇ 55% ਹੋਣੇ ਚਾਹੀਦੇ ਆ, 60% ਹੋਣੇ, 55 ਤੋਂ 60 ਤੋਂ ਉੱਤੇ ਹੋਣੇ ਚਾਹੀਦੇ ਆ। 55 no less than 54, 6 no less than 5.5। ਜੇ 2 ਮੋਡਿਊਲ 'ਚ ਹੈਗੇ ਆ ਤਾਂ ਆਪਾਂ ਚੱਲ ਸਕਦੇ ਆ। ਜੇ ਉਹਦੇ ਰਾਈਟਿੰਗ 'ਚ 5.5 ਹੈਗੇ ਆ, ਸਪੀਕਿੰਗ 'ਚ ਹੈਗੇ 5.5, ਤਾਂ ਥੋੜਾ ਜਿਹਾ ਟਫ ਹੋ ਜਾਂਦਾ ਹੈ ਉਹਦੀ ਆਫਰ ਲੈਟਰ ਲੈਣ ਲਈ। ਬਟ ਆਸਟ੍ਰੇਲੀਆ ਵਿੱਚ ਬਹੁਤ ਇੱਕ ਕਹਿੰਦੇ ਆ ਨਾ ਆਪਸ਼ਨਸ ਬਣਦੀ ਹੈਗੀ ਹੈ ਫॉर ਜੈਨੂਅਨ ਬੱਚੇ ਦਾ, ਜੇ ਆਪਾਂ ਵੀਜ਼ਾ ਕਰਨਾ ਹੈ ਤਾਂ। ਜੀ, ਤਾਂ ਸਰ ਯੂਕੇ ਦੀ ਆਪਾਂ ਗੱਲ ਕਰਦੇ ਹਾਂ ਹੁਣ। ਬੱਚੇ ਜਿਹੜੀ ਵੀ ਅੰਡਰ ਗ੍ਰੈਜੂਏਟ ਨੇ, ਉਹ ਯੂਕੇ ਦੇ ਵਿੱਚ ਅੰਡਰ ਗ੍ਰੈਜੂਏਟ ਪ੍ਰੋਗਰਾਮ ਲੈਣ ਦੇ ਵਾਸਤੇ ਥੋੜਾ ਜਿਹਾ ਝਿਜਕ ਰਹੇ ਨੇ। ਪਤਾ ਨਹੀਂ ਕੀ ਉਹਨਾਂ ਨੂੰ ਸਲਾਹ ਦੇ ਦਿੱਤੀ ਗਈ ਹੈ। ਯੂਜੀ ਪ੍ਰੋਗਰਾਮ ਦੀ ਗੱਲ ਕਰੀਏ ਤਾਂ ਥੋੜਾ ਜਿਹਾ ਘਬਰਾਉਂਦੇ ਨੇ ਉਹ ਪ੍ਰੋਗਰਾਮ ਲੈਣ ਦੇ ਵਿੱਚ। ਉਹਦੇ ਨਾਲ ਜੇਕਰ ਆਪਾਂ ਆਇਲਸ ਜਾਂ ਪੀਟੀ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਾਸਤੇ ਵੀ ਜ਼ਰੂਰ ਬੱਚਿਆਂ ਦੇ ਨਾਲ ਇਹ ਸਾਂਝਾ ਕਰਿਓ, ਸੁਜੈਸ਼ਨਸ ਦਿਓ ਕਿ ਬੱਚੇ ਉਹ ਯੂਜੀ ਪ੍ਰੋਗਰਾਮ ਲੈ ਸਕਦੇ ਆ ਜਾਂ ਉਹਦੇ ਵਿੱਚ ਕੋਈ ਦਿੱਕਤ ਆਉਂਦੀ ਹੈ ਅਜਿਹੀ, ਉਹ ਵੀ ਜ਼ਰੂਰ ਬੱਚਿਆਂ ਦੇ ਨਾਲ ਇੱਕ ਵਾਰੀ ਸਾਂਝੀ ਕਰ ਦਿਓ ਯੂਕੇ ਨੂੰ ਲੈ ਕੇ। ਸਰ ਬੜਾ ਵਧੀਆ ਸਵਾਲ ਪੁੱਛਿਆ ਤੁਸੀਂ ਇਹ ਪਹਿਲਾਂ ਤਾਂ, ਕਿ ਯੂਜੀ ਪ੍ਰੋਗਰਾਮ ਦੀ ਯੂਕੇ ਵਿੱਚ ਸਭ ਤੋਂ ਜ਼ਿਆਦਾ ਪ੍ਰੋਬਲਮ ਕਿਉਂ ਆ ਰਹੀ ਹੈ। ਇਹ ਪ੍ਰੋਬਲਮ ਸਰ ਆਈ ਨਹੀਂ ਗਈ ਹੈ, ਇਹ ਬਣਾਈ ਗਈ ਹੈ। ਇਹ ਬਣਾਈ ਕਿਉਂ ਗਈ ਹੈ? ਕਿਉਂਕਿ ਸਾਡਾ ਜਿਹੜਾ ਬੱਚਾ ਹੈਗਾ ਹਰਿਆਣੇ ਪੰਜਾਬ ਦਾ ਜਾਂ ਹਿਮਾਚਲ ਦਾ, ਇਹ ਬੱਚਾ ਜਾਂਦਾ ਤਾਂ ਪੜ੍ਹਾਈ ਦੇ ਬੇਸ ਤੇ ਹੈਗਾ, ਬਟ ਉਧਰ ਜਾ ਕੇ ਇਹ ਦੇਖਦਾ ਹੈ ਵੀ ਹੋਰ ਬੱਚੇ ਜਿਹੜੇ ਪੜ੍ਹਾਈ ਛੱਡ ਕੇ ਬੈਠੇ ਹੋਏ ਆ, ਕੰਮ ਕਰ ਰਹੇ ਆ, ਵਧੀਆ ਪੌਂਡ ਬਣਾ ਰਹੇ ਆ, ਤੇ ਸਾਡੇ ਜਿਹੜੇ ਬੱਚੇ ਹੈਗੇ ਆ ਇਹ ਭਟਕ ਜਾਂਦੇ ਆ। ਇਹ ਪਹਿਲੇ ਸਾਲ ਦੀ ਫੀਸ ਦੇਣ ਤੋਂ ਬਾਅਦ ਇਹਨਾਂ ਨੂੰ ਲੱਗਦਾ ਕਿ ਬਈ ਅਸੀਂ ਆਪਣੀ ਪੜ੍ਹਾਈ ਛੱਡ ਕੇ ਕੋਈ ਹੋਰ ਵੀਜ਼ਾ ਕੈਟੇਗਰੀ ਅਪਲਾਈ ਕਰਕੇ, ਜਿਵੇਂ ਕਿ ਅੱਜ ਕੱਲ੍ਹ ਹੋਮ ਕੇਅਰ ਕੈਟੇਗਰੀ ਬਹੁਤ ਜ਼ਿਆਦਾ ਅੱਜ ਕੱਲ੍ਹ ਚੱਲ ਰਹੀ ਹੈ, ਤਾਂ ਉਧਰ ਅਪਲਾਈ ਕਰਕੇ ਅਸੀਂ ਨਾਲ ਪੌਂਡ ਵੀ ਬਣਾਉਂਦੇ ਰਵਾਂਗੇ ਤੇ ਸਾਡੀ ਜਿਹੜੀ ਐਜੂਕੇਸ਼ਨ ਹੈ ਉਧਰ ਵੀ ਸਾਡੀ ਅਟੈਂਡੈਂਸ ਲੱਗਦੀ ਰਹੇਗੀ। ਸੋ
ਇਸ ਕਰਕੇ ਕੁਝ ਯੂਨੀਵਰਸਿਟੀਜ਼ ਨੇ ਯੂਕੇ ਕਮਿਸ਼ਨ ਨੂੰ ਇੱਕ ਕੇਸ ਫਾਈਲ ਕੀਤਾ ਹੈ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਹੈ ਕਿ ਸਾਡੇ ਜਿਹੜੇ ਯੂਜੀ ਦੇ ਬੱਚੇ, ਸਪੈਸ਼ਲੀ ਯੂਜੀ ਦੇ ਬੱਚੇ, ਉਹ 1 ਸਾਲ ਦੀ ਫੀਸ ਦਿੰਦੇ ਆ ਜਾਂ 6 ਮਹੀਨੇ ਦੀ ਫੀਸ ਦਿੰਦੇ ਆ, ਉਸ ਤੋਂ ਬਾਅਦ ਵਿਡਰਾਅ ਕਰਦੇ ਆ। ਸੋ ਵਿਡਰਾਅ ਕਰਨ ਦਾ ਮੈਕਸਿਮਮ ਕਾਰਨ ਇਹ ਹੈ ਕਿ ਬੱਚਾ ਫੀਸ ਨਹੀਂ ਪੇ ਕਰ ਪਾਉਂਦਾ। ਉਹ ਕਿਉਂ ਨਹੀਂ ਪੇ ਕਰ ਪਾਉਂਦਾ, ਉਹਦਾ ਮੈਂ ਰੀਜ਼ਨ ਤੁਹਾਨੂੰ ਇਹ ਦੱਸਦਾ ਹੈ ਕਿ ਬਈ ਬੱਚੇ ਕੋਲ ਕਮਾਈ ਦੇ ਜ਼ਰੀਏ ਬਹੁਤ ਨੇ, ਬਟ ਬੱਚਾ ਕਹਿੰਦਾ ਕਿ ਮੈਂ ਫੁੱਲ ਟਾਈਮ ਜੌਬ ਕਰਨਾ, ਮੈਂ ਕਾਲਜ ਨਹੀਂ ਪੜ੍ਹਨ ਜਾਣਾ। ਸੋ ਇਹਦਾ ਇੱਕ ਐਡਵਰਸ ਇਫੈਕਟ ਇਹ ਹੋਏਗਾ ਕਿ ਹਾਈ ਕਮਿਸ਼ਨ ਨੂੰ ਇਹ ਚੀਜ਼ ਸਭ ਪਤਾ ਹੈ ਕਿ ਤੁਸੀਂ ਅਟੈਂਡੈਂਸ ਕਿੰਨੀ ਲਾ ਰਹੇ ਹੋ, ਤੁਸੀਂ ਕੀ ਕਰ ਰਹੇ ਹੋ, ਐਂਡ ਤੁਸੀਂ ਕਿਆ ਮਤਲਬ ਵਾਟ ਇਜ਼ ਯੋਰ 5 ਤੁਹਾਡਾ ਜਿਹੜਾ ਅੱਗੇ ਪਲਾਨ ਹੈਗਾ ਕੀ ਹੈ। ਕਿਉਂਕਿ ਜਦ ਵੀ ਤੁਸੀਂ ਆਪਣਾ ਸਪਾਂਸਰਸ਼ਿਪ ਵੀਜ਼ਾ ਨੂੰ ਕਨਵਰਟ ਕਰੋਗੇ, ਤੁਸੀਂ ਆਪਣੀ ਪੜ੍ਹਾਈ ਨਹੀਂ ਕੀਤੀ ਐਂਡ ਤੁਸੀਂ ਗਏ ਸਟੂਡੈਂਟ ਵੀਜ਼ਾ ਤੇ ਸੀਗੇ, ਤਾਂ ਇੱਕ ਤੁਹਾਡਾ ਜਿਹੜਾ ਪ੍ਰੋਫਾਈਲ ਹੈਗਾ ਉਹ ਖਰਾਬ ਹੋਇਆ ਹੀ ਹੋਇਆ। ਸੋ ਇਹ ਚੀਜ਼ ਯੂਕੇ ਹਾਈ ਕਮਿਸ਼ਨ ਨੂੰ ਬਿਲਕੁਲ ਪਤਾ ਹੈ ਕਿ ਬੱਚੇ ਨੇ ਪੜ੍ਹਾਈ ਨਹੀਂ ਕੀਤੀ ਆਪਣੀ 3 ਸਾਲ ਦੀ ਪੜ੍ਹਾਈ ਉਹ 1 ਸਾਲ 'ਚ ਜਾਂ 4 ਮਹੀਨੇ ਕਰਕੇ ਉਹ ਆਪਣਾ ਕੰਮ 'ਚ ਲੱਗ ਗਿਆ। ਸੋ that will create a very problematic situation for the student ਕਿ ਜਿਹੜੇ ਬੱਚੇ ਆਪਣਾ ਸਪਾਂਸਰਸ਼ਿਪ ਕੰਪਲੀਟ ਕਰ ਰਹੇ ਆ, ਉਹ ਕਿਸ ਬੇਸ ਤੇ ਸਪਾਂਸਰਸ਼ਿਪ ਲੈਣਗੇ। ਸੋ ਹੈਲੋ हेलो। ਹਾਂਜੀ, ਸਤਿ ਸ਼੍ਰੀ ਅਕਾਲ ਜੀ। हाँ, लाइव से बात कर रहे हो सर? ਹਾਂਜੀ ਸਰ, ਲਾਈਵ ਸ਼ੋ ਚੱਲ ਰਿਹਾ ਜੀ। हाँ सर, मेरा ना कनाडा का स्टडी वीज़ा अप्रूव हो गया है। अच्छा जी। हाँ, लेकिन मेरी जो आइल्स है ना वो 20 मार्च तक थी, हम्म। अभी 10 दिन पहले। हम्म। अब मेरा मेन टेक है अभी 8 मई से मेरी क्लासेस स्टार्ट है। ठीक है। तो सर मेरे को यहाँ तक कि मेरे को अभी तो कोई दिक्कत नहीं आएगी आगे। बिल्कुल नहीं आएगी जी, क्योंकि जो कनाडा हाई कमीशन मांगती है कि आपका आईएस 2 साल से 2 साल तक वैलिड होना चाहिए। अब कनाडा हाई कमीशन ने तो आपको वीजा दे दिया, हाँ जी, जब आपकी फाइल प्रोसेसिंग में थी तब तक तो आपका वैलिड में था, ठीक है। हाँ जी, अब आपका जब कनाडा पहुंचोगे तो इसका मतलब आपका एक्सपायर हो जाएगा, हाँ जी, हाँ जी। ठीक है ना। तो इसमें 1% भी आपको डाउट की जरूरत नहीं है, यू आर गुड टू गो। आपको कोई प्रॉब्लमेटिक सिचुएशन नहीं होगी, क्योंकि आइल्स के बारे में वहां कोई पूछेगा ही नहीं, सिर्फ आपसे वीजा कॉपी देखी जाएगी। कॉलेज वाले तो अभी कोई दिक्कत नहीं करेंगे? कोई भी दिक्कत नहीं करेगा। जब आपको हाई कमीशन दिक्कत नहीं करेगी तो आपको कॉलेज भी क्यों दिक्कत करेगा, ठीक है ना। तो यू आर गुड टू गो एंड कॉन्ग्रेचुलेशन फॉर योर वीजा। थैंक यू सो मच सर। एंड अभी 6 अप्रैल से हमारे रजिस्ट्रेशन भी स्टार्ट हो रहे हैं। थैंक यू। अच्छा, कौन सी इनटेक पे, कौन से कॉलेज में जा रहे हो आप? मैं जॉर्जियन कॉलेज में जा रहा हूँ सर, बैरी कैंपस में, ठीक है जी। कॉन्ग्रेचुलेशन फॉर दैट एंड आपका फ्यूचर अच्छा रहे कनाडा में। ठीक है सर, बस यही कम से कम कोई दिक्कत तो नहीं? नहीं बच्चे, कोई दिक्कत नहीं होगी। ठीक है, थैंक यू सो मच। नो प्रॉब्लम। ਸੋ ਬੱਚੇ ਦਾ ਸਵਾਲ ਬੜਾ ਵਧੀਆ ਸੀਗਾ। ਬੱਚਾ ਕਹਿੰਦਾ ਕਿ ਬਈ ਮੇਰਾ ਆਈਐਲਟਸ ਐਕਸਪਾਇਰ ਉਹਦਾ ਹੋ ਰਿਹਾ ਸੀਗਾ ਆਪਣਾ ਮਈ ਵਿੱਚ, ਤੇ ਉਹਦਾ ਜਿਹੜਾ ਵੀਜ਼ਾ ਆ ਚੁੱਕਿਆ ਮਾਰਚ 20 ਨੂੰ। ਸੋ ਇਹ ਫਲਾਈ ਕਰ ਸਕਦਾ ਹੈ, ਨਹੀਂ ਕਰ ਸਕਦਾ? ਇਹ ਬਿਲਕੁਲ ਫਲਾਈ ਕਰ ਸਕਦਾ ਹੈ, ਕਿਉਂਕਿ ਕੈਨੇਡਾ ਹਾਈ ਕਮਿਸ਼ਨ ਨੇ ਉਹਨੂੰ ਵੀਜ਼ਾ ਦਿੱਤਾ ਹੈ। ਤੇ ਜੇ 에ਅਰਪੋਰਟ ਤੇ ਉਹਨੂੰ ਪੁੱਛ ਵੀ ਲਈਏ ਤਾਂ ਉਹਦੇ ਕੋਲ ਇੱਕ ਵੈਲਿਡ ਵੀਜ਼ਾ ਹੈਗਾ, ਜਿਹੜਾ ਸਭ ਤੋਂ ਇੱਕ ਇੰਪੋਰਟੈਂਟ ਚੀਜ਼ ਡਾਕੂਮੈਂਟ ਹੈਗਾ ਫॉर any visa for any country to go from any country to another country। ਸੋ ਬੱਚਾ ਪਹੁੰਚ ਸਕਦਾ ਹੈ, ਆਪਣੀ ਪੜ੍ਹਾਈ ਵੀ ਕਰ ਸਕਦਾ ਹੈ, ਆਪਣਾ ਕੋਰਸ ਸ਼ੁਰੂ ਕਰ ਸਕਦਾ ਹੈ ਮੇਨ ਟੇਕ ਵਿੱਚ, ਉਹਨੂੰ ਕੋਈ ਪ੍ਰੋਬਲਮ ਨਹੀਂ ਆਏਗੀ। So I wish him all the best and for his future, and he should always do well in Canada and afterwards। ਸੋ ਗੱਲ ਕਰ ਰਹੇ ਸੀ ਜੀ ਅਸੀਂ ਆਸਟ੍ਰੇਲੀਆ ਤੋਂ ਬਾਅਦ ਅਸੀਂ ਯੂਕੇ ਦੀ ਗੱਲ ਕੀਤੀ ਹੈ। ਯੂਕੇ, ਮੈਂ ਤੁਹਾਨੂੰ ਇਹ ਚੀਜ਼ ਕਹਿ ਰਿਹਾ ਕਿ ਯੂਜੀ ਪ੍ਰੋਗਰਾਮ ਜਿਹੜੇ ਹੈਗੇ ਆ, ਬਹੁਤ ਕੰਸਲਟੈਂਟ, ਬਹੁਤ ਕੰਪਨੀਆਂ ਨੇ ਮਤਲਬ ਦੇਣੇ ਬੰਦ ਕਰਤੇ ਹੈ, ਕਿਉਂਕਿ ਇਹ ਜਿਹੜਾ ਇੱਕ ਪੈਰ ਦੇ ਕੁਲਹਾੜੀ ਮਾਰੀ ਹੈ, ਉਹ ਸਾਡੇ ਬੱਚਿਆਂ ਨੇ ਹੀ ਮਾਰੀ ਹੈ। ਕਿਉਂਕਿ ਬੱਚੇ ਉੱਧਰ ਜਾ ਕੇ ਆਪਣਾ ਕੋਰਸ ਨੂੰ ਵਿਡਰਾਅ ਕਰ ਰਹੇ ਹੈ। ਕੋਰਸ ਵਿਡਰਾਅ ਕਰਕੇ ਉਹਨਾਂ ਨੂੰ ਬੇਸਿਕਲੀ ਦੇ ਆਰ ਗੋਇੰਗ ਟੂ ਸਮ ਅਦਰ ਜੌਬ, ਜਿਹਦੇ ਵਿੱਚ ਉਹ ਸਮਝਦੇ ਆ ਕਿ ਬਈ ਜ਼ਿਆਦਾ ਪੈਸੇ ਬਣਦੇ ਆ। ਬਟ ਇਹ ਚੀਜ਼ ਬੱਚੇ ਨੂੰ ਸਮਝਾਉਣਾ ਚਾਹਾਂਗਾ ਕਿ ਜਿਹੜੇ ਬੱਚੇ ਕੋਰਸ ਲਈ ਜਾ ਰਹੇ ਆ, ਉਹ ਕੋਰਸ ਆਪਟ ਕਰਨ, ਆਪਣੀ ਪੜ੍ਹਾਈ ਪੂਰੀ ਕਰਨ, ਕੰਪਲੀਟ ਕਰਨ। ਕਿਉਂਕਿ ਜੇ ਉਹ ਪੜ੍ਹਾਈ ਕੰਪਲੀਟ ਨਹੀਂ ਕਰਨਗੇ, ਦੁਬਾਰਾ ਆਪਣਾ ਵੀਜ਼ਾ ਨੂੰ ਅਪਡੇਟ ਕਰਾਉਣਗੇ, ਉਹਨਾਂ ਕੋਲ ਸਾਰਾ ਰਿਕਾਰਡ ਹੁੰਦਾ ਕਿ ਬਈ ਬੱਚਾ ਆਪਣੀ ਪੜ੍ਹਾਈ ਨਹੀਂ ਕੀਤੀ, ਤਾਂ ਇਸ ਬੱਚੇ ਨੂੰ ਅਸੀਂ ਸਪਾਂਸਰਸ਼ਿਪ ਵੀਜ਼ਾ ਕਿਉਂ ਦਈਏ। ਸੋ
ਪੈਸਾ ਬਣਾਉਣਾ ਇੱਕ ਬਹੁਤ ਵੱਡਾ ਇੱਕ ਬਹੁਤ ਵੱਡਾ ਇੱਕ ਕੁਐਸਚਨ ਹੁੰਦਾ ਹੈ ਬੱਚਿਆਂ ਲਈ ਕਿ ਬਈ ਹੈਲੋ 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 ਹਾਂਜੀ ਸਤਿ ਸ਼੍ਰੀ ਅਕਾਲ ਮੈਡਮ ਨਮਸਕਾਰ ਜੀ ਹਾਂਜੀ ਸਰ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਸਰ ਮੈਂ ਪੁਸ਼ਪਿੰਦਰ ਕੌਰ ਗੱਲ ਕਰ ਰਹੀ ਹਾਂ ਬਠਿੰਡਾ ਤੋਂ ਹਾਂਜੀ ਪੁਸ਼ਪਿੰਦਰ ਜੀ ਸਰ ਆਪਾਂ ਅਪਲਾਈ ਕੀਤਾ ਹੈ ਵੈਸਟਰਨ ਸਿਡਨੀ ਯੂਨੀਵਰਸਿਟੀ ਲਈ ਠੀਕ ਹੈ ਜੀ ਆਸਟ੍ਰੇਲੀਆ ਦੇ ਵਿੱਚ ਸਰ ਆਪਾਂ ਜੁਲਾਈ 2023 ਇਨਟੇਕ ਹੈ ਫੂਡ ਸਾਇੰਸ ਐਮਐਸਸੀ ਫੂਡ ਸਾਇੰਸ ਕੋਰਸ ਹੈ ਠੀਕ ਹੈ ਜੀ ਹਾਂਜੀ ਹਾਂਜੀ ਜੀਟੀ ਬਾਰੇ ਆਪਾਂ ਕਲੀਅਰੈਂਸ ਲੈਣੀ ਸੀਗੀ ਕਿ ਅਪਰੋਕਸੀਮੇਟਲੀ 2 ਮੰਥਸ ਹੋ ਗਏ ਹੈ ਕਿ ਜੀਟੀ ਦਾ ਕੋਈ ਰਿਜ਼ਲਟ ਨਹੀਂ ਦੇ ਰਹੇ ਠੀਕ ਹੈ ਜੀ ਸਰ ਤੁਹਾਡੀ ਜੁਲਾਈ ਇਨਟੇਕ ਸੀਗੀ ਸਰ ਮੇਰਾ ਪਹਿਲੇ ਮਾਰਚ ਸੀਗਾ ਤਾਂ ਉਹ ਡੈਫਰਮੈਂਟ ਪਈ ਹੈ ਜੁਲਾਈ ਲਈ ਫੰਡ ਵਗੈਰਾ ਤੁਹਾਡੇ ਸਾਰੇ ਜੈਨੂਅਨ ਸੀਗੇ ਜੀ ਸਰ ਬਿਲਕੁਲ ਤਾਂ ਹੁਣ ਇੰਨਾ ਟਾਈਮ ਤਾਂ ਨਹੀਂ ਲੱਗਦਾ ਵੈਸਟਰਨ ਸਿਡਨੀ 'ਚ ਵੈਸੇ 2 ਮਹੀਨੇ ਤਾਂ ਬਹੁਤ ਜ਼ਿਆਦਾ ਹੋ ਗਏ ਤੁਹਾਨੂੰ ਕੋਈ ਮੇਲਸ ਵਗੈਰਾ ਆਈ ਹੈ ਉਹਨਾਂ ਤੋਂ ਸਰ ਮੇਲਸ ਆ ਰਹੀ ਹੈ ਰੈਗੂਲਰਲੀ ਉਹ ਡਾਕੂਮੈਂਟਸ ਦੀ ਰਿਕੁਐਸਟ ਕਰਦੇ ਪਏ ਹੈ 1 ਵੀਕ ਬਾਅਦ ਰੈਗੂਲਰਲੀ ਤੇ ਸਰ ਅਪਰੋਕਸੀਮੇਟਲੀ 3rd ਡੇ ਉਹਨਾਂ ਦਾ ਰਿਪਲਾਈ ਆ ਜਾਂਦਾ ਉਸ ਮੇਲ ਤੋਂ ਕੀ ਡਾਕੂਮੈਂਟ ਲੈ ਰਹੇ ਤੁਹਾਡੇ ਤੋਂ ਹੁਣ ਉਹ ਸਰ ਰਿਵਾਈਜ਼ਡ ਐਸਓਪੀ ਮੰਗ ਰਹੇ ਆ ਜਿੱਦਾਂ ਕੰਡੀਸ਼ਨਲ ਆਫਰ ਲੈਟਰ ਤੇ ਜਿਹੜੀ ਉਹਨਾਂ ਨੇ ਚੀਜ਼ਾਂ ਲਿਖੀਆਂ ਹੋਈਆਂ ਕਿ ਤੁਸੀਂ ਇਹ ਮੈਂਸ਼ਨ ਕਰੋ ਐਸਓਪੀ 'ਚ ਠੀਕ ਹੈ ਬਟ ਉਹ ਮੇਰੀ ਐਸਓਪੀ ਅਪਰੋਕਸੀਮੇਟਲੀ 8 ਪੇजेस ਦੀ ਗਈ ਸੀ ਤੇ ਉਹ ਬਾਰ-ਬਾਰ ਕਹਿ ਰਹੇ ਕਿ 2 ਪੇजेस 'ਚ ਕਰੋ ਹਾਂ ਬੱਚੇ 8 ਪੇਜ ਦੀ ਐਸਓਪੀ ਥੋੜੀ ਨਾ ਹੁੰਦੀ ਹੈ ਮੈਕਸਿਮਮ 2 ਪੇਜ ਦੀ ਐਸਓਪੀ ਹੁੰਦੀ ਹੈ 8 ਪੇਜ ਦੀ ਐਸਓਪੀ ਕਿਉਂ ਬਣਾਈ ਹੈ ਤੁਸੀਂ ਸਰ ਐਕਚੁਅਲੀ ਉਹਨਾਂ ਨੇ ਵਿੱਚ ਮੈਂਸ਼ਨ ਕੀਤਾ ਸੀਗਾ ਕਿ ਸਪਾਊਸ ਦੀ ਜਿਹੜਾ ਵਰਕ ਐਕਸਪੀਰੀਅੰਸ ਆ ਉਹਨੂੰ ਤੁਸੀਂ ਸਾਨੂੰ ਬਰੀਫਲੀ ਐਕਸਪਲੇਨ ਕਰਕੇ ਦਿਓ ਹਾਂ ਤਾਂ ਬਰੀਫ ਦਾ ਮਤਲਬ ਇਹ ਥੋੜੀ ਨਾ ਕਿ ਤੁਸੀਂ 4 ਪੇਜ ਦਾ ਐਸਓਪੀ ਬਣਾਓਗੇ ਤੁਸੀਂ ਆਪਣੀ ਨਾ ਐਸਓਪੀ 2 ਪੇਜ ਦੇ ਉੱਤੇ ਨਾ ਰੱਖਿਆ ਕਰੋ ਬਿਕੋਜ਼ ਉਧਰ ਵੀ ਉਹਨਾਂ ਕੋਲ ਫਾਈਲਸ ਬਹੁਤ ਜ਼ਿਆਦਾ ਹੁੰਦੀਆਂ ਇੰਨਾ ਟਾਈਮ ਨਹੀਂ ਹੁੰਦਾ ਹਰੇਕ ਕੋਲ ਕਿ ਬਈ ਆਪਣਾ ਐਸਓਪੀ ਨੂੰ ਪੜ੍ਹੀਏ ਸੋ ਬੇਸਿਕਲੀ ਦੈਟ ਇਜ਼ ਵਾਈ ਦੇ ਉਹ ਫਿਰ ਨਾ ਟਾਈਮ ਲੱਗਦਾ ਤੇ ਤੁਹਾਡੀ ਫਾਈਲ ਜਿਹੜੀ ਫਾਈਲ ਪਹਿਲਾਂ ਹੋਣੀ ਸੀ ਇਸ ਕਰਕੇ ਡਿਲੇ ਹੋ ਰਿਹਾ ਤੁਹਾਡੀ ਚੀਜ਼ ਤੋਂ ਸੋ ਆਈ ਥਿੰਕ ਕਿ ਐਸਓਪੀ ਛੋਟੀ ਰੱਖੋ ਐਂਡ ਕਲੀਅਰ ਦੱਸੋ ਉਹਨਾਂ ਨੂੰ ਕਿ ਇਹ ਚੀਜ਼ਾਂ ਹੈਗੀਆਂ ਸੋ ਇਸ ਕਰਕੇ ਮੈਨੂੰ ਲੱਗਦਾ ਕਿ ਤੁਹਾਡਾ ਜੀਟੀ ਕਲੀਅਰ ਹੋ ਜਾਏਗਾ ਫਿਰ ਤੁਹਾਡਾ ਓਕੇ ਸਰ ਠੀਕ ਹੈ ਮੇਬੀ ਹੁਣ ਤੁਹਾਡੀ ਜੁਲਾਈ ਇਨਟੇਕ ਹੈਗੀ ਹੈ ਤਾਂ ਮੈਨੂੰ ਲੱਗਦਾ ਕਿ ਬਈ ਐਸ ਸੂਨ ਐਸ ਪੋਸੀਬਲ ਹੋ ਜਾਣਾ ਚਾਹੀਦਾ ਹੈ ਤੇ ਫਿਰ ਤੁਸੀਂ ਉਸ ਤੋਂ ਬਾਅਦ ਫੀਸ ਪੇ ਕਰਕੇ ਸੀਓ ਹੀ ਆ ਜਾਏਗੀ ਤੁਹਾਡੀ ਜੀ ਸਰ ਠੀਕ ਹੈ ਜੀ ਤਾਂ ਇਹਦੇ ਵਿੱਚ ਕੋਈ ਘਬਰਾਉਣ ਦੀ ਲੋੜ ਨਹੀਂ ਹੈ ਤੁਸੀਂ ਸਹੀ ਟਰੈਕ ਤੇ ਹੋ ਬਸ ਥੋੜਾ ਜਿਹਾ ਇਹ ਧਿਆਨ ਰੱਖੋ ਕਿ ਤੁਹਾਡਾ ਜਿਹੜਾ ਐਸਓਪੀ ਹੈਗਾ ਛੋਟੀ ਬਣਾ ਕੇ ਦਿਓ ਐਂਡ ਕਲੀਅਰ ਬਣਾ ਕੇ ਦਿਓ ਓਕੇ ਸਰ ਵੀਜ਼ਾ ਸਕਸੈਸ ਰੇਟ ਕਿਵੇਂ ਜਾ ਰਿਹਾ ਆਪਣਾ ਆਸਟ੍ਰੇਲੀਆ ਦਾ ਬਹੁਤ ਵਧੀਆ ਜੀ ਸਕਸੈਸ ਰੇਟ ਬਹੁਤ ਬਹੁਤ ਵਧੀਆ ਚੱਲ ਰਿਹਾ 10 ਤੋਂ 9 ਵੀਜ਼ੇ ਆ ਰਹੇ ਹੈ ਐਂਡ ਮਤਲਬ ਆਸਟ੍ਰੇਲੀਆ ਵੀਜ਼ੇ ਦੋਗੀ ਹੁਣ ਤਾਂ ਓਕੇ ਸਰ ਠੀਕ ਹੈ ਜੀ ਹਾਂਜੀ ਸਰ ਚਲੋ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਸਰ ਥੈਂਕ ਯੂ ਨੋ ਪ੍ਰੋਬਲਮ ਸੋ ਜੀਟੀ ਦਾ ਕ੍ਰਾਈਟੇਰੀਆ ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ 2-2 ਮਹੀਨੇ ਲੱਗ ਰਹੇ ਜੀਟੀ ਜਿਹੜਾ ਹੈਗਾ ਉਹ ਕਲੀਅਰ ਨਹੀਂ ਹੋਇਆ ਬੱਚੇ ਦਾ ਸੋ 2 ਮਹੀਨੇ ਜੀਟੀ ਲਈ ਬਹੁਤ ਜ਼ਿਆਦਾ ਹੁੰਦੇ ਆ ਸੋ ਮਤਲਬ ਬੱਚੇ ਦਾ ਮੈਨੂੰ ਇਹ ਲੱਗਦਾ ਕਿ ਵੀ ਜਿਸ ਦਿਨ ਕੰਸਲਟੈਂਟ ਕੋਲ ਫਾਈਲ ਜਾਂਦੀ ਹੈ ਉਸੇ ਟਾਈਮ ਮਤਲਬ ਕੰਸਲਟੈਂਟ ਨੂੰ ਅਪਲਾਈ ਕਰ ਦੇਣਾ ਚਾਹੀਦਾ ਕਿਉਂਕਿ ਮੈਨੂੰ ਕਦੇ-ਕਦੇ ਇਹ ਜਿਹਾ ਫੀਲ ਹੁੰਦਾ ਕਿ ਬਈ ਜਦ ਕਿਸੇ ਕੰਸਲਟੈਂਟ ਕੋਲ ਫਾਈਲ ਜਾਂਦੀ ਹੈ ਕੰਸਲਟੈਂਟ ਹੋ ਸਕਦਾ ਕਿ ਹਫਤੇ ਬਾਅਦ 10 ਦਿਨ ਬਾਅਦ ਅਪਲਾਈ ਕਰ ਰਿਹਾ ਹੋਏ ਸੋ ਉਹਦੇ ਵਿੱਚ ਕੀ ਹੁੰਦਾ ਕਿ ਬੱਚੇ ਦਾ ਨਾ ਜਿਹੜਾ ਇੱਕ ਪਹਿਲਾ ਜਿਹੜੀ ਫਾਈਲ ਦੀ ਆਫਰ ਲੈਟਰ ਆਣੀ ਸੀਗੀ ਉਹ ਪਹਿਲਾ ਆਫਰ ਲੈਟਰ ਡਿਲੇ ਹੋ ਜਾਂਦੀ ਹੈ ਜਿਹੜੀ ਆਫਰ ਲੈਟਰ 10 ਦਿਨ ਚ ਆਣੀ ਸੀ ਉਹ 25 ਦਿਨ ਚ ਆ ਰਹੀ ਹੈ ਜਿਹੜੇ 25 ਦਿਨ ਤੋਂ ਬਾਅਦ ਫਿਰ ਡਾਕੂਮੈਂਟ ਤੁਸੀਂ ਇਕੱਠੇ ਕਰਦੇ ਹੋ ਜੀਟੀ ਦੇ ਲਈ ਆਈਟੀਆਰ ਇਕੱਠੀ ਕਰਦੇ ਹੋ ਫੰਡਸ ਇਕੱਠੇ ਕਰਦੇ ਹੋ ਸੋ ਇਹ ਚੀਜ਼ਾਂ ਹੋ ਕਰਦੇ ਬੱਚੇ ਦੇ 1.5 ਮਹੀਨਾ ਖਰਾਬ ਹੋ ਜਾਂਦਾ ਹੈ ਸੋ ਮੈਨੂੰ ਇਹ ਲੱਗਦਾ ਹੈ ਕਿ ਬੱਚੇ ਦਾ ਜਿਹੜਾ ਹੁਣ ਅਸੀਂ ਫਿਊਚਰ ਬਣਾ ਰਹੇ ਹਾਂ ਬਹੁਤ ਇੰਪੋਰਟੈਂਟ ਟਾਈਮ ਹੁੰਦਾ ਹੈ 1-2 ਮਹੀਨੇ ਜਾਂ 3 ਮਹੀਨੇ ਬੱਚੇ ਲਈ ਸੋ ਕੰਸਲਟੈਂਟ ਨੂੰ ਉਹਨਾਂ ਤੋਂ ਉੱਤੇ ਚੱਲ ਕੇ ਕੰਮ ਕਰਨਾ ਚਾਹੀਦਾ ਹੈ ਨਾ ਕਿ ਥੱਲੇ ਰਹਿ ਕੇ ਸੋ ਇੱਕ ਟਾਈਮ ਬਾਉਂਡ ਚੀਜ਼ ਹੁੰਦੀ ਹੈ ਕਿ ਬਈ ਜੁਲਾਈ ਇਨਟੇਕ ਵਿੱਚ ਇੰਨੀ ਸੀਟ ਸਾਡੇ ਕੋਲ ਹੈਗੀ ਹੈ ਸੋ ਕਹਿਣ ਦਾ ਭਾਵ ਇਹ ਹੈ ਕਿ ਕੰਸਲਟੈਂਟ ਬਹੁਤ ਇੱਕ ਚੰਗਾ ਚੂਜ਼ ਕਰਨਾ ਚਾਹੀਦਾ ਆਪਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਰ ਮੈਂ ਨਾ ਫਾਈਲ ਦੇ ਰਿਗਾਰਡਿੰਗ ਕੰਸਲਟ ਕਰਨਾ ਸੀ ਓਕੇ ਹਾਂਜੀ ਸਰ ਮੈਂ ਨਾ ਐਕਚੁਅਲੀ ਫਾਈਲਿੰਗ ਤਾਂ ਕੀਤੀ ਹੋਈ ਆਪਣੀ
ਤੇ ਸਰ ਮੇਰਾ ਮਾਈਂਡ ਤੇ ਹੈ, ਬਸ ਸਰ ਮਤਲਬ ਕਿ ਹਲੇ ਚਿੱਟੀ ਦੀ ਸਰ ਕੋਈ ਅਪਡੇਟ ਨਹੀਂ ਆ ਰਹੀ ਮੇਰੇ ਉਸਦੀ। ਜੀਟੀ ਦੀ ਅਪਡੇਟ ਨਹੀਂ ਆ ਰਹੀ, ਕਿਉਂ ਨਹੀਂ ਆ ਰਹੀ ਅਪਡੇਟ? ਸਰ ਵੈਸੇ ਤਾਂ ਕੱਲ ਸੀਓਈ ਫੀਸ ਉਹਨਾਂ ਨੇ ਪੇ ਕਰਵਾ ਲਈ ਹੈ। ਨਹੀਂ, ਸੀਓਈ ਤਾਂ ਫਿਰ ਜੀਟੀ ਤੋਂ ਬਾਅਦ ਹੀ ਹੁੰਦੀ ਹੈ ਸੀਓਈ ਤਾਂ। ਹਾਂਜੀ ਸਰ, ਉਹ ਕਹਿ ਰਹੇ ਕਿ ਜੀਟੀ ਕਲੀਅਰ ਹੋ ਚੁੱਕੀ ਬਟ ਸੀਓਈ ਇਸ਼ੂ ਨਹੀਂ ਹੋ ਰਹੀ ਸੀ। ਹਾਂ ਤਾਂ ਆ ਜਾਓਗੇ ਬੱਚੇ ਥੋੜੇ ਜਿਹਾ, ਕਦ ਫੀਸ ਕਰਾਈਏ ਤੁਸੀਂ? ਸਰ ਕੱਲ ਹੀ ਫੀਸ ਪੇ ਕੀਤੀ ਹੈ ਸੀਓਈ ਦੀ। ਤੇ ਮੈਡਮ ਥੋੜਾ ਜਿਹਾ ਟਾਈਮ ਤਾਂ ਦਿਓ ਉਹਨਾਂ ਨੂੰ। ਠੀਕ ਹੈ ਸਰ। ਨਹੀਂ ਸਰ, ਜਿਹੜੀ ਸੀਓਈ ਹੁੰਦੀ ਹੈ ਜੀਟੀ ਦੇ ਬਾਅਦ ਹੀ ਇਹਦੀ ਫੀਸ ਪੇ ਕੀਤੀ ਜਾਂਦੀ ਆ। ਜੀਟੀ ਤੋਂ ਬਾਅਦ ਤੁਸੀਂ ਫੀਸ ਪੇ ਕਰਦੇ ਹੋ, ਹੋਰ ਕੀ ਹੁੰਦਾ ਹੈ? ਠੀਕ ਹੈ ਸਰ। ਨਹੀਂ ਸਰ, ਜਿਹੜੇ ਆਪਣੇ ਫੰਡਸ ਵਗੈਰਾ ਹੈ ਉਹ ਸੀਓਈ ਚ ਸ਼ੋ ਕਰੀਦੇ ਜੀਟੀ ਟਾਈਮ ਸਰ? ਉਹ ਜੀਟੀ ਟਾਈਮ ਸ਼ੋ ਕਰਦੇ ਆ। ਠੀਕ ਹੈ। ਨਹੀਂ ਹਾਲੇ ਨਹੀਂ ਹੋਈ ਕਲੀਅਰ, ਉਹਨਾਂ ਨੇ ਉਹ ਕਹਿ ਰਹੇ ਸੀ ਕਿ ਇੱਕ ਵਾਰੀ ਆਪਾਂ ਪੇ ਕਰ ਦਿੰਦੇ ਆ ਕਿ ਆਪਾਂ ਨੂੰ ਸੀਓਈ ਦੀ ਪਰ ਤੁਹਾਡੀ ਜੀਟੀ ਨਹੀਂ ਆਈ, ਤੁਸੀਂ ਜੀਟੀ ਤੋਂ ਪਹਿਲਾਂ ਤੁਸੀਂ ਆਪਣੀ ਫੀਸ ਪੇ ਕਰਤੀ। ਹੈਲੋ, ਤੁਸੀਂ ਜੀਟੀ ਤੋਂ ਪਹਿਲਾਂ ਆਪਣੀ ਫੀਸ ਪੇ ਕਰਤੀ? ਹਾਂ ਮਤਲਬ ਇਹ ਕਾਫੀ ਏਜੰਟਸ ਕਰਦੇ ਆ, ਬਟ ਇਹੋ ਜਿਹਾ ਕੰਮ ਨਹੀਂ ਕਰਨਾ ਚਾਹੀਦਾ, ਕਿਉਂਕਿ ਤੁਹਾਨੂੰ ਲੱਗਦਾ ਕਿ ਬਈ ਇਹ ਜੇ ਕਿ ਜੀਟੀ ਸਾਡੀ ਆਈ ਜਾਊਗੀ ਤੇ ਅਸੀਂ ਆਪਾਂ ਫੀਸ ਪੇ ਕਰ ਦਿੰਦੇ ਆ। ਹੋ ਸਕਦਾ ਕਿ ਕਦੇ ਨਾ ਕਦੇ ਤੁਹਾਡੀ ਜੀਟੀ ਕਲੀਅਰ ਨਾ ਹੋਏ ਤਾਂ ਤੁਹਾਡੀ ਫੀਸ ਉਧਰ ਹੀ ਪਈ ਰਹੇਗੀ। ਸੋ ਇਹ ਚੀਜ਼ ਇਹ ਤੁਸੀਂ ਹੁਣ ਕਰ ਲਿਆ, ਠੀਕ ਹੈ, ਨੋ ਪ੍ਰੋਬਲਮ, ਬਟ ਮੈਂ ਇਹ ਚੀਜ਼ ਸਲਾਹ ਨਹੀਂ ਦੇਵਾਂਗਾ, ਕਿਉਂਕਿ ਜਦ ਤੱਕ ਤੁਹਾਡੀ ਜੀਟੀ ਨਹੀਂ ਆਂਦੀ ਤਦ ਤੱਕ ਕੋਈ ਇਹੋ ਜਿਹਾ ਸਟੈਪ ਨਾ ਲਿਆ ਕਰੋ ਕਿ ਬਈ ਬੱਚੇ ਦੇ ਫੰਡਸ ਖਰਾਬ ਹੋ ਜਾਣ। ਹਾਂਜੀ, ਟਿਊਸ਼ਨ ਫੀਸ ਉਸ ਤੋਂ ਬਾਅਦ ਜੀਟੀ ਦੀ ਪਾਈ ਸੀ ਅਪਡੇਟ। ਠੀਕ ਹੈ ਜੀ। ਮੈਂ ਕਹਿ ਰਹੀ ਕਿ ਆਪਣੇ ਕੋਲ ਚੈੱਕ ਸਟੋਰ ਤੁਸੀਂ ਓਪਨੇ ਖੋਲੋ, ਕੀ ਕਰ ਲਓ? ਤੁਸੀਂ ਮੈਨੂੰ ਦੁਬਾਰਾ ਫੋਨ ਕਰੋ ਕਿ ਕਾਲ ਨਾ ਕੱਟ ਰਹੀ ਹੈ, ਤੁਸੀਂ ਮੈਨੂੰ ਦੁਬਾਰਾ ਫੋਨ ਕਰੋ। ਸੋ ਬੱਚੇ ਦਾ ਡਾਊਟ ਸੀਗਾ ਜੀ ਕਿ ਬੱਚੇ ਨੇ ਜੀਟੀ ਕਲੀਅਰ ਹੋਣ ਤੋਂ ਪਹਿਲਾਂ ਆਪਣੀ ਫੀਸ ਪੇ ਕਰਤੀ। ਸੋ ਮੈਂ ਇਸ ਚੀਜ਼ ਦੀ ਸਲਾਹ ਕਦੇ ਵੀ ਨਹੀਂ ਦੇਵਾਂਗਾ ਕਿ ਬੱਚਾ ਆਪਣੀ ਜੀਟੀ ਤੋਂ ਪਹਿਲਾਂ ਆਪਣੀ ਫੀਸ ਪੇ ਕਰ ਰਿਹਾ, ਕਿਉਂਕਿ ਉਹਨੂੰ ਲੱਗਦਾ ਕਿ ਮੇਰੀ ਸੀਓਈ ਛੇਤੀ ਆ ਜਾਏਗੀ। ਹੈਲੋ ਹੈਲੋ ਬੱਚੇ ਤੁਸੀਂ ਨਾ ਹੋ ਸਕਦਾ ਹੈ ਲਾਈਵ ਤੋਂ ਨਾ ਬਾਅਦ ਫੋਨ ਕਰੋ, ਇਹ ਨਾ ਥੋੜੀ ਜਿਹੀ ਕਾਲ 'ਚ ਪ੍ਰੋਬਲਮ ਆ ਰਹੀ ਹੈ, ਥੋੜਾ ਜਿਹਾ ਟਾਈਮ ਬਾਅਦ ਫੋਨ ਕਰਿਓ ਮੈਨੂੰ। ਹੈਲੋ ਹਾਂਜੀ ਹਾਂਜੀ, ਹੈਲੋ ਸਰ, ਮੈਂ ਨਾ ਕੱਲ ਇਮੀਗ੍ਰੇਸ਼ਨ ਗੱਲ ਕੀਤੀ ਸੀਗੀ। ਓਕੇ। ਹਾਂਜੀ, ਤੇ ਸਰ ਉਹ ਮੈਮ ਕਹਿ ਰਹੇ ਸੀ ਕਿ ਆਪਣੇ ਕੋਲ ਕੋਈ ਚੈੱਕ ਲਿਸਟ ਆਉਂਦੀ ਹੈ ਜੀ। ਸਰ ਉਹ ਕਹਿ ਰਹੇ ਸੀ ਕਿ ਉਹਦੇ ਵਿੱਚ ਆਪਣੇ ਕੋਲ ਕੁਝ ਚੀਜ਼ਾਂ ਟਿਕ ਹੋ ਚੁੱਕੀਆਂ ਨੇ ਕਿ ਆਪਣੇ ਕੋਲ ਕਲੀਅਰ ਨੇ। ਠੀਕ ਹੈ। ਤੇ ਸਰ ਉਹ ਕਹਿ ਰਹੇ ਸੀ ਕਿ ਆਪਾਂ ਸੀਓਈ ਦੀ ਫੀਸ ਪੇ ਕਰ ਦਿੰਨੇ ਆ। ਨਹੀਂ ਬੱਚੇ, ਫਿਰ ਦੇਖੋ ਇਹ ਚੀਜ਼ ਤਾਂ ਬਣਾਈ ਗਈ ਹੈ ਨਾ, ਜਦ ਤੱਕ ਤੁਹਾਡੇ ਕੋਲ ਇੱਕ ਅਨਕੰਡੀਸ਼ਨਲ ਆਫਰ ਲੈਟਰ ਨਹੀਂ ਆਈ ਤੁਸੀਂ ਉਸ ਤੋਂ ਪਹਿਲਾਂ ਤੁਸੀਂ ਆਪਣੀ ਫੀਸ ਪੇ ਕਰਤੀ, ਇਹ ਤੱਕ ਚੀਜ਼ ਗਲਤ ਹੈ। ਦਿਸ ਇਜ਼ ਨਾਟ ਅਕੋਰਡਿੰਗ ਟੂ ਆਸਟ੍ਰੇਲੀਅਨ ਹਾਈ ਕਮਿਸ਼ਨ। ਜਦ ਤੱਕ ਤੁਹਾਡਾ ਜੀਟੀ ਦਾ ਕ੍ਰਾਈਟੇਰੀਆ ਕੰਪਲੀਟ ਨਹੀਂ ਹੁੰਦਾ, ਟਿਕ ਮਾਰਕ ਹੋ ਗਏ, ਬਿਲਕੁਲ ਠੀਕ ਕਹਿ ਰਹੇ ਹੋ, 7 ਟਿਕ ਮਾਰਕ ਹੋਣੇ ਜ਼ਰੂਰੀ ਹੁੰਦੇ ਤੁਹਾਡਾ ਜੀਟੀ ਕ੍ਰਾਈਟੇਰੀਆ ਫੁੱਲਫਿਲ ਹੋਣ ਲਈ। ਬਟ ਹੁਣ ਤੁਸੀਂ ਕਰ ਲਿਆ, ਮੈਂ ਤੁਹਾਨੂੰ ਇਹ ਨਹੀਂ ਡੀਮੋਟੀਵੇਟ ਨਹੀਂ ਕਰਾਂਗਾ ਕਿ ਬਈ ਤੁਸੀਂ ਕਿਉਂ ਕੀਤਾ ਹੈ, ਬਟ ਧਿਆਨ ਰੱਖਿਆ ਕਰੋ ਕਿ ਬਈ ਆਪਣੀ ਵੀ ਥੋੜਾ ਜਿਹਾ ਰਿਸਰਚ ਕਰਿਆ ਕਰੋ ਕਿ ਜੀਟੀ ਆਉਣ ਤੋਂ ਬਾਅਦ ਤੁਸੀਂ ਆਪਣੀ ਫੀਸ ਪੇ ਕਰਨੀ ਹੈ ਸੀਓਈ ਲਈ, ਪਹਿਲਾਂ ਤੁਸੀਂ ਆਪਣੀ ਫੀਸ ਪੇ ਨਹੀਂ ਕਰਨੀ ਕਦੇ ਵੀ। ਠੀਕ ਨਹੀਂ ਸਰ, ਉਹ ਜਿਹੜੀ ਪਹਿਲਾਂ ਫੀਸ ਪੇ ਕੀਤੀ ਉਹਦੇ ਤਾਂ ਸਰ ਕੋਈ ਇਸ਼ੂ ਨਹੀਂਗਾ। ਹੁਣ ਦੇਖਦੇ ਆ ਨਾ ਕਿ ਬਈ ਹੁਣ ਤੁਹਾਡੀ ਸੀਓਈ ਆਏਗੀ ਜਾਂ ਨਹੀਂ ਆਏਗੀ। ਨਹੀਂ ਸਰ, ਉਹ ਨਹੀਂ, ਜਿਹੜੀ ਆਪਣੀ ਟਿਊਸ਼ਨ ਫੀਸ ਤੇ ਇੰਸ਼ੋਰੈਂਸ ਹੈ ਸਰ, ਉਹ ਤਾਂ ਪਹਿਲਾਂ ਹੀ ਪੇ ਕਰਨੀ ਹੁੰਦੀ ਹੈ ਆਫਰ ਲੈਟਰ ਤੋਂ ਬਾਅਦ ਹੀ। ਨਹੀਂ ਬੱਚੇ, ਕਿੰਨੇ ਕਿਹਾ ਤੁਹਾਨੂੰ ਜੀਟੀ ਤੋਂ ਬਾਅਦ ਪੇ ਕਰਨੀ ਹੁੰਦੀ ਹੈ? ਸਰ ਉਹ ਵੀ ਉਹਨਾਂ ਨੇ ਸਰ ਉਦੋਂ ਹੀ ਪੇ ਕਰਵਾ ਲਈ ਸੀ, ਟੋਰੈਂਸ ਹੀ ਨਹੀਂ ਸੀਗੀ ਮੇਰੀ। ਟੋਰੈਂਸ ਤਾਂ ਵੈਸੇ ਹੀ ਪੰਜਾਬ ਹਰਿਆਣਾ ਦੇ ਬੱਚੇ ਲੈ ਨਹੀਂ ਰਿਹਾ ਹੁਣ। ਠੀਕ ਹੈ ਸਰ। ਤੁਸੀਂ ਨਾ ਕੰਸਲਟੈਂਟ ਤੋਂ ਪੁੱਛੋ ਇੱਕ ਵਾਰ, ਕਿਉਂਕਿ ਟੋਰੈਂਸ ਨਾ ਪੰਜਾਬ ਹਰਿਆਣਾ ਦੇ ਬੱਚੇ ਨਹੀਂ ਲੈ ਰਿਹਾ, ਤਾਂ ਮਤਲਬ ਜੇ ਨਹੀਂ ਲੈ ਰਿਹਾ ਤਾਂ ਫਿਰ ਕੋਈ ਉਹਨਾਂ ਨੇ ਤੁਹਾਨੂੰ ਬੈਕਅਪ ਦਿੱਤਾ ਹੋਏਗਾ। ਨਹੀਂ ਸਰ, ਉਹਨਾਂ ਨੂੰ ਪਹਿਲਾਂ ਗੱਲ ਕੀਤੀ ਸੀ ਕਿ ਫਲਿੰਡਰ ਦਾ ਤਾਂ ਸਰ ਸੁਣਿਆ ਸੀਗਾ ਐਡੀਲੇਡ ਚ ਉਹਨਾਂ ਨੇ ਕਰਦੇ ਆ ਕਿ ਨਹੀਂ ਲੈ ਰਹੇ।
ਸਰ ਟੋਰੈਂਸ ਦਾ ਤਾਂ ਨਹੀਂ ਕੋਈ ਅਪਡੇਟ ਸੀਗੀ ਹਲੇ। ਕਿਉਂਕਿ ਮੈਂ ਪੰਜਾਬ ਹਰਿਆਣਾ ਦੇ ਬੱਚੇ ਟੋਰੈਂਸ ਨਹੀਂ ਲੈ ਰਿਹਾ। ਸੋ ਇਹ ਚੀਜ਼ ਦਾ ਥੋੜਾ ਧਿਆਨ ਰੱਖਿਓ ਇਸ ਚੀਜ਼ ਦਾ ਕਿ ਬਈ ਕੰਸਲਟੈਂਟ ਗਾਈਡ ਤੁਹਾਨੂੰ ਠੀਕ ਕਰ ਰਿਹਾ ਹੋਏ। ਹੁਣ ਮੈਨੂੰ ਪਤਾ ਨਹੀਂ ਇੰਟਰਨਲੀ ਤੁਹਾਡੀ ਫਾਈਲ 'ਚ ਕੀ ਚੱਲ ਰਿਹਾ, ਸੋ ਥੋੜਾ ਜਿਹਾ ਕੌਸ਼ੀਅਸ ਰਹੋ ਇਸ ਚੀਜ਼ ਲਈ। ਐਂਡ ਜੋ ਮੈਂ ਤੁਹਾਨੂੰ ਸਲਾਹ ਦੇਣੀ ਸੀ ਮੈਂ ਤੁਹਾਨੂੰ ਦੇ ਚੁੱਕਿਆ। ਹਾਂਜੀ ਸਰ ਕੋਈ ਨਾ, ਫਿਰ ਮੈਂ ਮਾਰਨਿੰਗ ਉਹਨਾਂ ਤੋਂ ਪੁੱਛਦੀ ਹਾਂ ਕਿ ਟੋਰੈਂਸ ਦਾ। ਹਾਂ, ਇੱਕ ਵਾਰ ਤੁਸੀਂ ਵੈਬਸਾਈਟ ਤੇ ਵੀ ਪੜ੍ਹ ਲਿਓ ਇਸ ਚੀਜ਼ ਨੂੰ, ਠੀਕ ਹੈ ਨਾ? ਠੀਕ ਹੈ ਸਰ, ਇਹ ਆਪਣੀ ਉੱਥੇ ਸਰ ਵੈਬਸਾਈਟ ਤੇ ਸ਼ੋ ਹੋ ਰਹੀ ਹੋਏਗੀ? ਬਿਲਕੁਲ ਹੋ ਰਹੀ ਹੋਏਗੀ ਜੀ, ਉਹਨਾਂ ਨੇ ਬਿਲਕੁਲ ਕੀਤਾ ਹੋਏਗਾ ਸ਼ੋਅ, ਕਿਉਂਕਿ ਸਾਨੂੰ ਤਾਂ ਇੰਟਰਨਲ ਖਬਰ ਹੁੰਦੀ ਹੈ। ਤੁਸੀਂ ਪੜ੍ਹ ਵੀ ਲਿਓ ਇੱਕ ਵਾਰ। ਸਰ ਇਹ ਕੀ ਲਿਖ ਕੇ ਮਤਲਬ ਗੂਗਲ ਤੇ ਸਰਚ ਕਰਾਂ? ਹਾਂਜੀ, ਟੋਰੈਂਸ ਦੀ ਵੈਬਸਾਈਟ ਤੇ ਜਾਓ ਨਾ, ਟੋਰੈਂਸ ਯੂਨੀਵਰਸਿਟੀ ਦੀ ਵੈਬਸਾਈਟ ਤੇ, ਉਸ ਤੋਂ ਬਾਅਦ ਦੇਖੋ। ਠੀਕ ਹੈ ਸਰ, ਓਕੇ ਜੀ। ਓਕੇ। ਸਰ ਅਗਰ ਉੱਥੇ ਦਿੱਤੀ ਹੋਈ ਫਿਰ ਤਾਂ ਕੋਈ ਇਸ਼ੂ ਨਹੀਂ? ਨਹੀਂ, ਫਿਰ ਤੁਸੀਂ ਇੱਕ ਵਾਰ ਮੇਲ ਤਾਂ ਪਾ ਕੇ ਦੇਖੋ ਨਾ ਕਿ ਬਈ ਆਰ ਯੂ ਟੇਕਿੰਗ ਯੂਨੀਵਰਸਿਟੀ ਆਪਣਾ ਸਟੂਡੈਂਟਸ ਫਰੋਮ ਪੰਜਾਬ ਹਰਿਆਣਾ, ਐਵੇਂ ਕਰਕੇ ਲਿਖੋ। ਠੀਕ ਹੈ ਸਰ, ਹਾਂਜੀ ਸਰ, ਓਕੇ, ਥੈਂਕ ਯੂ। ਓਕੇ। ਸੋ ਬੱਚਾ ਥੋੜਾ ਜਿਹਾ ਕਨਫਿਊਜ਼ ਸੀਗਾ, ਉਹੀ ਜਿਹੜੀ ਗੱਲ ਸੀਗੀ ਕਿ ਬਈ ਬੱਚੇ ਦਾ ਵੀਜ਼ਾ ਜਿਹੜਾ ਕੰਸਲਟੈਂਟ ਨੇ ਕੀ ਕੀਤਾ, ਟੋਰੈਂਸ ਯੂਨੀਵਰਸਿਟੀ 'ਚ ਅਪਲਾਈ ਕੀਤਾ, ਫੀਸ ਪਹਿਲਾਂ ਹੀ ਕਰਵਾ ਲਈ, ਸੋ GT ਹੋਣ ਤੋਂ ਪਹਿਲਾਂ। ਸੋ ਇਹ ਜਿਹੀ ਚੀਜ਼ਾਂ ਨਹੀਂ ਕਰਨੀ ਚਾਹੀਦੀ। ਪਹਿਲਾਂ ਇੱਕ ਪ੍ਰੋਪਰ ਕ੍ਰਾਈਟੀਰੀਆ ਦਿੱਤਾ ਹੋਇਆ ਹੈ ਯੂਨੀਵਰਸਿਟੀਜ਼ ਨੇ ਅੱਗੇ ਵਧਣ ਲਈ। ਸੋ ਇਹੀ ਚੀਜ਼ਾਂ ਨੂੰ ਫੋਲੋ ਕਰੋ, ਤਰੀਕੇ ਨਾਲ ਕੰਮ ਕਰੀਏ ਆਪਾਂ, ਤੇ ਤਰੀਕੇ ਨਾਲ ਕੰਮ ਕਰਕੇ ਇੱਕ ਟੈਨਸ਼ਨ ਨਹੀਂ ਰਹਿੰਦੀ ਹੈ, ਬੱਚਿਆਂ ਨੂੰ ਵੀ ਟੈਨਸ਼ਨ ਨਹੀਂ ਰਹੇਗੀ ਤੇ ਇੱਕ ਕੰਸਲਟੈਂਟ ਨੂੰ ਵੀ ਟੈਨਸ਼ਨ ਨਹੀਂ ਹੁੰਦੀ, ਜਿਹੜਾ ਚੰਗਾ ਕੰਸਲਟੈਂਟ ਹੁੰਦਾ ਹੈ। ਸੋ ਅੱਗੇ ਸ਼ੋਅ ਨੂੰ ਅੱਗੇ ਵਧਾਉਂਦੇ ਆ ਜੀ। ਸਭ ਤੋਂ ਹੁਣ ਗੱਲ ਕਰਦੇ ਹਾਂ ਜੀ ਆਪਾਂ ਕੈਨੇਡਾ ਦੀ। ਸੋ ਕੈਨੇਡਾ ਦੇ ਵਿੱਚ ਹੁਣ ਸੈਪਟੈਂਬਰ ਇਨਟੇਕ ਫੁੱਲ ਔਨ ਹੈਗੀ ਹੈ। ਬੱਚਾ ਬਹੁਤ ਜ਼ਿਆਦਾ ਕੁਐਰੀਜ਼ ਆ ਰਹੀ ਹੈ ਇਸ ਟਾਈਮ ਸੈਪਟੈਂਬਰ ਇਨਟੇਕ 2023 ਦੀ। ਤਾਂ ਜਿਹੜੇ ਵੀ ਬੱਚੇ ਆਪਣੇ +2 ਦੇ ਐਗਜ਼ਾਮਸ ਖਤਮ ਕਰ ਚੁੱਕੇ ਆ ਜਾਂ ਖਤਮ ਕਰਨ ਵਾਲੇ ਆ, ਜਿਹੜਾ ਦੇ 1 ਜਾਂ 2 ਐਗਜ਼ਾਮਸ ਰਹਿ ਚੁੱਕੇ ਹੈ, ਉਹਨਾਂ ਤੋਂ ਪਹਿਲਾਂ ਤਾਂ ਇਹ ਚੀਜ਼ ਕਹਾਂਗਾ ਕਿ ਚੰਗੇ ਨੰਬਰ ਲਿਆਓ, ਚੰਗੀ ਪੜ੍ਹਾਈ ਕਰੋ, ਐਂਡ ਘੱਟੋ ਘੱਟ ਆਪਣੇ ਇੰਨੇ ਕੁ ਨੰਬਰ ਲਿਆਓ ਕਿ ਤੁਹਾਡਾ ਇੱਕ ਕੈਨੇਡਾ ਦਾ ਸਟੂਡੈਂਟ ਵੀਜ਼ਾ ਹੈਗਾ ਉਹ ਤੁਸੀਂ ਸਕਸੈਸਫੁਲੀ ਲੈ ਚੱਕੋ। ਸੋ ਇਹਦੇ ਲਈ ਤੁਹਾਨੂੰ ਘੱਟੋ ਘੱਟ 55 ਤੋਂ 60% ਨੰਬਰ ਲੈਣੇ ਪੈਣੇ ਆ। ਤੁਹਾਡੇ IELTS 'ਚ 6 ਬੈਂਡ ਹੋਣੇ ਚਾਹੀਦੇ ਆ, ਐਂਡ ਤੁਹਾਡਾ ਇੱਕ ਐਕਸਪਲੇਨੇਬਲ ਗੈਪ ਹੋਣਾ ਚਾਹੀਦਾ +2 ਤੋਂ ਬਾਅਦ, ਘੱਟੋ ਘੱਟ 2 ਤੋਂ 3 ਸਾਲ ਦਾ, ਜੇ ਹੈਗਾ ਤਾਂ। ਜੇ ਨਹੀਂ ਹੈ ਦੈਟ ਇਜ਼ ਵੈਰੀ ਗੁੱਡ, ਜੇ ਹੈਗਾ ਤਾਂ ਤੁਸੀਂ ਉਹਨੂੰ ਐਕਸਪਲੇਨ ਕਰੋ ਕਿ ਬਈ ਇਹ ਗੈਪ ਕਿਉਂ ਹੈਗਾ। ਸੋ ਗੈਪ ਦੇ ਨਾਲ ਨਾਲ ਤੁਹਾਨੂੰ ਇਹ ਵੀ ਸ਼ੋਅ ਕਰਨਾ ਪੈਣਾ ਹੈ ਕਿ ਬਈ ਤੁਸੀਂ ਜੌਬ ਕਿੱਥੇ ਕੀਤੀ ਸੀਗੀ, ਕੋਈ ਜੌਬ ਕੀਤੀ ਹੈ, ਆਪਣੇ ਫਾਦਰ ਨਾਲ ਕੰਮ ਕੀਤਾ ਹੈ, ਕੋਈ ਕਾਲ ਸੈਂਟਰ 'ਚ ਕੰਮ ਕੀਤਾ ਹੈ, ਕੋਈ ਤੁਸੀਂ ਕੋਈ ਸਟਾਰਟਅਪ 'ਚ ਕੰਮ ਕੀਤਾ, ਕੋਈ ਬਿਜ਼ਨਸ ਚਲਾਇਆ ਹੈ। ਸੋ ਆਲ ਥੀਸ ਥਿੰਗਸ ਤੁਸੀਂ ਆਪਣੇ ਪ੍ਰੂਫ ਲੈ ਕੇ ਆਓ ਆਪਣਾ। ਜੇ ਤੁਹਾਨੂੰ ਇੰਟਰਸਟ ਹੈਗਾ ਬਿਜ਼ਨਸ ਬੈਕਗਰਾਊਂਡ ਦਾ, ਜੇ ਤੁਹਾਨੂੰ ਇੰਟਰਸਟ ਹੈਗਾ ਰਿਟੇਲ ਦਾ, ਮਾਰਕੀਟਿੰਗ ਦਾ, ਫਾਈਨੈਂਸ ਦਾ, HR ਦਾ, ਸੋ ਇਹ ਚੀਜ਼ਾਂ ਦੀ ਤੁਹਾਨੂੰ ਅਸੀਂ ਕਾਲਜ ਦੀ ਗਾਈਡੈਂਸ ਦੇਵਾਂਗੇ। ਐਂਡ ਜਿਹੜਾ ਤੁਹਾਡਾ ਇੱਕ ਸੁਪਨਾ ਹੈਗਾ ਕੈਨੇਡਾ 'ਚ ਪੜ੍ਹਨ ਦਾ, ਆਪਣਾ ਵੈਂਕੂਵਰ ਸਾਈਡ ਤੇ, ਟੋਰਾਂਟੋ ਸਾਈਡ ਤੇ, ਸਸਕੈਚੁਅਨ ਤੇ, ਐਲਬਰਟਾ, ਕਿਊਬੈਕ ਦੇ ਵਿੱਚ, ਸੋ ਆਲ ਥੀਸ ਕਾਈਂਡ ਆਫ ਵੀ ਹੈਵ ਡਾਇਰੈਕਟ ਕੰਟਰੈਕਟਸ ਵਿਦ ਆਲ ਥੀਸ ਯੂਨੀਵਰਸਿਟੀ ਐਂਡ ਕਾਲਜਿਸ। ਸੋ ਤੁਸੀਂ ਸਾਨੂੰ ਇੱਕ ਵਾਰ ਕਾਲ ਕਰ ਸਕਦੇ ਹੋ ਜੇ ਤੁਹਾਨੂੰ ਕੋਈ ਡਾਊਟ ਹੈਗਾ ਆਪਣੀ ਐਜੂਕੇਸ਼ਨ ਬੈਕਗਰਾਊਂਡ ਨੂੰ ਲੈ ਕੇ, ਕਿ ਸਾਡਾ ਵੀਜ਼ਾ ਆਏਗਾ ਨਹੀਂ ਆਏਗਾ, ਕਿੰਨਾ ਖਰਚਾ ਹੁੰਦਾ ਹੈ, ਇੱਕ ਪੇਰੈਂਟਸ ਦਾ ਕਿੰਨਾ ਖਰਚਾ ਹੋਏਗਾ, ਸਟੂਡੈਂਟ ਲੋਨ ਜੇ ਤੁਸੀਂ ਲੈਣਾ ਹੈ ਤਾਂ ਸਟੂਡੈਂਟ ਲੋਨ ਵਿੱਚ ਕੀ ਫਾਰਮੈਲਿਟੀਜ਼ ਚਾਹੀਦੀ ਹੁੰਦੀ ਹੈ, ਕੀ ਫਾਰਮੈਲਿਟੀਜ਼ ਲੈ ਕੇ ਕਦ ਤੱਕ ਸਟੂਡੈਂਟ ਲੋਨ ਪੇ ਕਰਨਾ ਹੁੰਦਾ ਹੈ, ਜੇ ਬੱਚਾ ਲਾਇਬਲ ਹੁੰਦਾ ਹੈ ਜਾਂ ਨਹੀਂ ਹੁੰਦਾ। ਸੋ ਆਲ ਥੀਸ ਕੁਐਸਚਨਸ ਬਹੁਤ ਜ਼ਿਆਦਾ ਇੱਕ ਬੱਚਿਆਂ ਦੇ ਜਾਂ ਬੱਚੇ ਦੇ ਪੇਰੈਂਟਸ ਦੇ ਮਾਈਂਡ 'ਚ ਬਹੁਤ ਕੁਐਸਚਨ ਹੁੰਦੇ ਹੈ ਇਸ ਚੀਜ਼ ਨੂੰ ਲੈ ਕੇ ਕਿ ਬੱਚੇ ਦਾ ਵੀਜ਼ਾ ਆਏਗਾ, ਖਰਚਾ ਕਿੰਨਾ ਹੋਏਗਾ। ਇੱਕ ਕੰਸਲਟੈਂਟ ਪੈਸੇ ਜ਼ਿਆਦਾ ਤਾਂ ਨਹੀਂ ਲੈ ਲਏਗਾ, ਇੱਕ ਕੰਸਲਟੈਂਟ ਸਾਨੂੰ ਵੀਜ਼ਾ ਦੇ ਦੇਗਾ। ਸੋ ਇਹ ਜਿਹੜੀ ਇੱਕ ਟਾਈਮ ਹੁੰਦਾ ਹੈ ਜਦ ਤੱਕ ਇੱਕ ਬੱਚੇ ਦਾ ਵੀਜ਼ਾ ਨਹੀਂ ਆਉਂਦਾ, ਇੱਕ ਬਹੁਤ ਟੈਨਸ਼ਨ ਦਾ ਟਾਈਮ ਹੁੰਦਾ ਹੈ। ਸੋ ਇਹ ਟੈਨਸ਼ਨ ਤੁਹਾਡੀ ਕਦ ਘੱਟ ਹੋਏਗੀ ਜੇ ਤੁਹਾਡੇ ਕੋਲ ਇੱਕ ਚੰਗਾ ਕੰਸਲਟੈਂਟ ਹੈਗਾ। ਹੁਣ ਚੰਗੇ ਕੰਸਲਟੈਂਟ ਦਾ ਇੱਕ ਟਰੈਕ ਰਿਕਾਰਡ ਦੇਖੋ, ਵਧੀਆ ਨੌਲੇਜ ਹੋਣੀ ਚਾਹੀਦੀ ਹੈ ਉਹਨੂੰ, ਵਧੀਆ ਨੌਲੇਜ ਨਾਲ ਇੱਕ ਸਰਵਿਸ ਦੇਣ ਦੀ ਇੱਕ ਕਪੈਸਿਟੀ ਹੋਣੀ ਚਾਹੀਦੀ ਹੈ। ਸਰਵਿਸ ਦੇਣ ਦੀ ਕਪੈਸਿਟੀ ਮਤਲਬ ਕਿ ਬੱਚੇ ਦੇ ਕੋਈ ਵੀ ਕੁਐਸਚਨ ਹੈਗੇ ਆ, ਇੱਕ ਰਿੰਗ 'ਚ ਆਫਿਸ 'ਚ ਫੋਨ ਪਿਕ ਹੋਣਾ ਚਾਹੀਦਾ ਹੈ। ਸੋ ਇਹਦੇ ਮਤਲਬ ਇਹ ਹੈ ਕਿ ਜੇ ਅਸੀਂ ਸਰਵਿਸ ਇੰਡਸਟਰੀ 'ਚ ਕੰਮ ਕਰ ਰਹੇ ਹਾਂ, ਸਾਡਾ ਕੰਮ ਇਹ ਹੋਣਾ ਚਾਹੀਦਾ ਕਿ ਬੱਚਿਆਂ ਨੂੰ ਅਸੀਂ ਕੇਟਰ ਕਰੀਏ ਪ੍ਰੋਪਰ ਇੱਕ ਸਹੀ ਗਾਈਡੈਂਸ ਦੇ ਕੇ। ਇਹ ਗਾਈਡੈਂਸ ਨਾ ਦਈਏ ਕਿ ਬੱਚਾ ਸਾਨੂੰ ਫੋਨ ਕਰ ਰਿਹਾ, ਕੋਈ ਕੰਸਲਟੈਂਟ ਨੂੰ ਫੋਨ ਕਰ ਰਿਹਾ, 10 ਬਾਰ 12 ਬਾਰ ਫੋਨ ਕਰ ਰਿਹਾ ਤੇ ਆਪਾਂ ਉਹਦੇ ਸਵਾਲ ਦੇ ਆਨਸਰ ਨਹੀਂ ਦੇ ਪਾ ਰਹੇ। ਸੋ ਵੀ ਸ਼ੁੱਡ ਬੀ ਵੈਰੀ ਮਚ ਫੋਕਸਡ, ਐਂਡ ਬੱਚੇ ਦਾ ਵੀਜ਼ਾ ਦਿਵਾਉਣਾ ਹੈ, ਬੱਚੇ ਦਾ ਬਹੁਤ ਵੱਡਾ ਕੰਮ ਕਰਨਾ ਹੈ।
ਸੋ ਸਾਡਾ ਵੀ ਇੱਕ ਹੈਂਡ ਟੂ ਹੈਂਡ ਕੰਮ ਚੱਲਦਾ ਹੈ ਉਸ ਬੇਸ ਤੇ। ਸੋ ਕਹਿਣਾ ਚਾਹਾਂਗਾ ਇੱਕ ਚੰਗੇ ਕੰਸਲਟੈਂਟ ਨੂੰ ਹਾਇਰ ਕਰੋ। ਜੇ ਤੁਸੀਂ ਯੂਜੀ ਪ੍ਰੋਗਰਾਮ ਲਈ ਜਾ ਰਹੇ ਹੋ, ਤੁਹਾਡਾ 2 ਤੋਂ 3 ਸਾਲ ਦਾ ਗੈਪ ਹੋਣਾ ਚਾਹੀਦਾ ਹੈ। ਜੇ ਪੀਜੀ ਪ੍ਰੋਗਰਾਮ ਲਈ ਜਾ ਰਹੇ ਹੋ, ਤੁਹਾਡੇ ਕੋਲ ਆਪਣੀ ਮਾਰਕਸ਼ੀਟਸ, ਤੁਹਾਡੀ ਡੀਐਮਸੀ, ਤੁਹਾਡੇ ਕੋਲ 10ਵੀਂ 12ਵੀਂ ਦੇ ਸਰਟੀਫਿਕੇਟ ਹੋਣੇ ਚਾਹੀਦੇ ਹੈ। ਆਈਲਸ ਤੁਹਾਡੇ 6.5 ਬੈਂਡ ਹੋਣੇ ਚਾਹੀਦੇ ਹੈ। ਸੋ all these things will get you a visa into a university and a diploma college। ਜੇ ਤੁਸੀਂ ਪੀਜੀ ਕੋਰਸ ਅਪਲਾਈ ਕਰ ਰਹੇ ਹੋ, ਸਾਡੇ ਕੋਲ ਵਧੀਆ ਕਾਲਜਿਸ ਹੈਗੇ, ਕੋਨਸਟੋਗਾ ਹੈਗਾ, ਨਿਆਗਰਾ ਕਾਲਜ ਹੈਗਾ, ਜਾਰਜਨ ਕਾਲਜ ਹੈਗਾ, ਸੂ ਕਾਲਜ ਹੈਗਾ। ਸੋ ਯੂਨੀਵਰਸਿਟੀ ਵੀ ਸਾਡੇ ਕੋਲ UCW ਹੈਗੀ ਹੈ, ਟ੍ਰੈਂਟ ਕਾਲਜ ਹੈਗੀ ਹੈ। ਸੋ all these college universities are also giving you a offer letter, conditional offer letter, ਜਿਹਦੇ ਵਿੱਚ ਜੇ ਬੱਚੇ ਕੋਲ ਆਪਣੀ ਮਾਰਕਸ਼ੀਟਸ ਨਹੀਂ ਹੈਗੀਆਂ ਤਾਂ ਵੀ ਉਹ ਬੱਚਾ ਅਪਲਾਈ ਕਰ ਸਕਦਾ ਹੈ। ਸੋ ਮਤਲਬ ਕਹਿਣ ਦਾ ਭਾਵ ਇਹ ਹੈ ਕਿ ਛੇਤੀ ਤੋਂ ਛੇਤੀ ਬੱਚੇ ਦੇ ਐਗਜ਼ਾਮ ਖਤਮ ਹੋਣ ਤੋਂ ਬਾਅਦ ਜੇ ਬੱਚਾ ਚਾਹੁੰਦਾ ਹੈ ਕਿ ਆਪਣੀ ਆਈਲਸ ਦੀ ਤਿਆਰੀ ਕਰਨਾ ਚਾਹੁੰਦਾ ਹੈ ਤਾਂ ਆਪਣੀ ਆਈਲਸ ਦੀ ਤਿਆਰੀ ਕਰੇ ਐਂਡ ਉਸ ਤੋਂ ਬਾਅਦ ਆਪਣਾ ਬਾਹਰ ਜਾਣ ਦਾ ਸੁਪਨਾ ਪੂਰਾ ਕਰੇ। ਉਦਿਤ ਜੀ, ਇੱਕ ਬਹੁਤ ਇੰਪੋਰਟੈਂਟ ਸਵਾਲ ਇਹ ਵੀ ਹੈ ਕਿ ਹੁਣ ਬੱਚਿਆਂ ਦੇ ਐਗਜ਼ਾਮ ਹੋ ਰਹੇ ਨੇ, +2 ਦੇ ਰਿਜ਼ਲਟ ਵੀ ਆਉਣ ਵਾਲਾ ਹੈ ਬਹੁਤ ਜਲਦੀ, ਤਾਂ ਇੱਕ ਫਰੈਸ਼ ਫਾਈਲ ਅਸੀਂ ਜਿਹਨੂੰ ਕਹਿ ਦਿੰਦੇ ਹਾਂ ਬਹੁਤ ਮਾਇਨੇ ਰੱਖਦੀ ਹੈ ਫਰੈਸ਼ ਫਾਈਲ। ਔਰ ਬੱਚਿਆਂ ਦੀਆਂ ਸਾਰੀਆਂ ਮੁਸ਼ਕਲਾਂ ਇੱਥੋਂ ਹੀ ਆਉਣੀਆਂ ਸਟਾਰਟ ਹੁੰਦੀਆਂ ਨੇ। ਬੱਚੇ ਕਈ ਵਾਰੀ ਆਇਲਸ ਦੇ ਵਿੱਚ ਡਿਲੇ ਕਰ ਲੈਂਦੇ ਨੇ, ਜਾਂ ਫਿਰ ਆਇਲਸ ਕਰਕੇ ਫਰੈਸ਼ ਕੇਸ ਹੁੰਦਾ ਹੈ, ਕੋਈ ਕੰਸਲਟੈਂਟ ਉਹੋ ਜਿਹਾ ਮਿਲ ਜਾਂਦਾ ਹੈ ਤਾਂ ਫਾਈਲ ਵੀ ਖਰਾਬ ਹੋ ਜਾਂਦੀ ਹੈ। ਰਿਫਿਊਜ਼ਲ ਦਾ ਸਿਲਸਿਲਾ, ਯਾਨੀ ਕਿ ਆਪਾਂ ਮੰਨ ਸਕਦੇ ਹਾਂ ਇੱਥੋਂ ਹੀ ਸਟਾਰਟ ਹੁੰਦੀ ਹੈ ਬੱਚੇ ਦੀ। ਔਰ ਮੈਂ ਜ਼ਰੂਰ ਇਹ ਤੁਹਾਨੂੰ ਕਹਿਣਾ ਚਾਹਾਂਗਾ ਕਿ ਉਹ ਬੱਚਿਆਂ ਨੂੰ ਕੀ ਕਰਨਾ ਚਾਹੀਦਾ ਜਿਨ੍ਹਾਂ ਦਾ ਹੁਣ ਰਿਜ਼ਲਟ ਆ ਜਾਣਾ +2 ਤੋਂ ਬਾਅਦ ਦੇ ਵਿੱਚ। ਔਰ ਪੀਟੀ ਤੇ ਆਇਲਸ ਦੇ ਵਿੱਚ ਬੱਚੇ ਬਹੁਤ ਕਨਫਿਊਜ਼ ਨੇ, ਚਾਹੇ ਉਹ ਕੈਨੇਡਾ ਹੈ, ਚਾਹੇ ਆਸਟ੍ਰੇਲੀਆ ਹੈ, ਚਾਹੇ UK ਹੈ, ਤਾਂ ਉਹ ਵੀ ਜ਼ਰੂਰ ਇੱਕ ਵਾਰੀ ਬੱਚਿਆਂ ਨੂੰ ਇਹ ਆਨਸਰ ਜ਼ਰੂਰ ਦਿਓ ਕਿ +2 ਤੋਂ ਬਾਅਦ ਬੱਚੇ ਪੀਟੀ ਚੁਣਨ ਜਾਂ ਫਿਰ ਆਇਲਸ ਚੁਣਨ, ਹਨਾ। ਇਹ ਬਹੁਤ ਸਵਾਲ ਲੋਕਾਂ ਦਾ, ਸਟੂਡੈਂਟਸ ਦਾ ਜ਼ਿਆਦਾਤਰ ਰਹਿੰਦਾ, ਤਾਂ ਇਹਦੇ ਬਾਰੇ ਜ਼ਰੂਰ ਇੱਕ ਵਾਰੀ ਜ਼ਰੂਰ ਜਾਣਕਾਰੀ ਦਿਓ। ਸੋ ਸਰ, ਮੈਂ ਇਹ ਚੀਜ਼ ਨੂੰ ਸਟੈਪ ਬਾਏ ਸਟੈਪ ਕਵਾਂਗਾ ਕਿ ਆਇਲਸ ਇੱਕ ਸਭ ਤੋਂ ਇਟ ਹੈਜ਼ 80% ਆਫ ਦਾ ਮਾਰਕੀਟ ਆਲ ਓਵਰ ਦਾ ਵਰਲਡ। ਕਿ ਜਿਹੜਾ ਬੱਚਾ 10 ਬੱਚੇ ਇੱਕ ਇਮੀਗ੍ਰੇਸ਼ਨ ਦੀ ਵੀਜ਼ਾ ਦੀ ਫਾਈਲ ਲਾਉਂਦੇ ਆ, ਉਸ ਚੋਂ ਮੈਨੂੰ ਲੱਗਦਾ ਕਿ 80% ਬੱਚਾ ਆਇਲਸ ਹੀ ਪ੍ਰੈਫਰ ਕਰਦਾ ਹੈ। ਕਿਉਂਕਿ ਆਇਲਸ ਦਾ ਜਿਹੜਾ ਇੱਕ ਅਸੈਪਟੇਬਿਲਿਟੀ ਰੇਸ਼ੋ ਹੈ ਕੈਨੇਡਾ, UK, ਆਸਟ੍ਰੇਲੀਆ ਵਿੱਚ ਆਲ ਓਵਰ ਇੱਕ 100% ਹੈਗਾ। ਹੁਣ ਇਹ ਸਪੈਕੂਲੇਸ਼ਨ ਹੁੰਦੀ ਹੈ ਪੀਟੀ ਨੂੰ ਲੈ ਕੇ ਕਿ ਪੀਟੀ ਕਦੇ ਵੀਜ਼ਾ ਦਿੰਦੀ ਹੈ, ਕਦੇ ਵੀਜ਼ਾ ਨਹੀਂ ਦਿੰਦੀ ਪੀਟੀ ਕੈਨੇਡਾ ਨੂੰ ਲੈ ਕੇ। ਸੋ ਇਹ ਚੀਜ਼ ਦਾ ਆਨਸਰ ਇਹ ਹੈ ਕਿ ਬਈ ਬੱਚਾ ਹੁਣ ਜਦ ਵੀ ਆਪਣੀ ਫਾਈਲ ਲਾਉਂਦਾ ਹੈ, ਕਿਉਂਕਿ ਪੀਟੀ ਦਾ ਬੱਚਾ ਜਦ ਆਏਗਾ ਉਹ ਰਿਫਿਊਜ਼ਲ ਹੀ ਮੈਕਸਿਮਮ ਲਵਾ ਕੇ ਆਉਂਦਾ ਹੈ। ਜਾਂ ਤਾਂ ਉਹ ਆਸਟ੍ਰੇਲੀਆ ਤੋਂ ਰਿਫਿਊਜ਼ਡ ਹੋਏਗਾ, ਫਿਰ ਉਸ ਤੋਂ ਬਾਅਦ ਉਹ ਕੈਨੇਡਾ ਟਰਾਈ ਕਰੇਗਾ। ਉਹ ਕਹੇਗਾ ਕਿ ਸਰ ਤੁਸੀਂ ਪੀਟੀ ਦੇ ਹੀ ਫਾਈਲ ਲਾ ਕੇ ਦੇਖੋ ਮੇਰੀ, ਹੋ ਸਕਦਾ ਮੇਰਾ ਵੀਜ਼ਾ ਨਿਕਲ ਜੇ। ਇਹਦੇ ਵਿੱਚ ਕੰਸਲਟੈਂਟ ਵੀ ਇੱਕ ਚਾਂਸ ਲੈ ਰਿਹਾ ਤੇ ਬੱਚਾ ਵੀ ਚਾਂਸ ਲੈ ਰਿਹਾ, ਠੀਕ ਹੈ ਨਾ। ਤੇ ਜੇ ਚਾਂਸ ਤੁੱਕਾ ਲੱਗ ਜਾਂਦਾ ਕੰਸਲਟੈਂਟ ਦਾ ਤਾਂ ਬੱਲੇ ਬੱਲੇ ਹੈ, ਜੇ ਤੁੱਕਾ ਨਹੀਂ ਲੱਗਦਾ ਤਾਂ ਫਿਰ ਰਿਫਿਊਜ਼ਲ ਤਾਂ ਉਹਦਾ ਆਇਆ ਹੀ ਹੋਇਆ। ਸੋ ਇਹਦਾ ਇੱਕ ਲੈਜਿਟ ਆਨਸਰ ਕੀ ਹੈ ਕਿ ਜੇ ਬੱਚਾ ਕੈਨੇਡਾ ਲਈ ਅਪਲਾਈ ਕਰ ਰਿਹਾ ਉਹ ਆਇਲਸ ਨੂੰ ਪ੍ਰੈਫਰੈਂਸ ਦੇ। ਜੇ ਬੱਚਾ ਆਸਟ੍ਰੇਲੀਆ ਲਈ ਕਰ ਰਿਹਾ ਜਾਂ UK ਲਈ ਕਰ ਰਿਹਾ, ਉਹ ਆਪਸ਼ਨ ਉਹਦੇ ਕੋਲ ਦੋਨੋਂ ਓਪਨ ਹੈਗੀ ਹੈ, ਆਇਲਸ ਵੀ ਤੇ ਪੀਟੀ ਵੀ। ਹੁਣ ਇਹਦੇ ਵਿੱਚ ਕਦੇ ਕਦੇ ਕੰਸਲਟੈਂਟ ਕਹਿੰਦੇ ਆ ਕਿ ਬਈ IPT ਦੇ ਕੈਨੇਡਾ ਦੇ ਰਿਜ਼ਲਟ ਆ ਰਿਹਾ ਹੈ। ਬਿਲਕੁਲ ਆ ਰਿਹਾ, ਮੇਰੇ ਵੀ ਆ ਰਿਹਾ, ਮੈਂ ਇਹ ਨਹੀਂ ਕਹਿੰਦਾ, ਬਟ ਵੋਲਿਊਮ ਕਿੰਨਾ ਕੁ ਹੈਗਾ। ਜੇ 10 ਚੋਂ ਤੁਹਾਡੇ 8 ਵੀਜ਼ੇ 8 PT ਦੇ ਵੀਜ਼ੇ ਆ ਰਹੇ ਤਾਂ ਮੈਨੂੰ ਦਿਖਾਓ, ਠੀਕ ਹੈ ਨਾ। ਕਿਉਂਕਿ ਇਹਦੇ ਵਿੱਚ ਜਿਹੜੇ ਚਾਂਸ ਹੈਗਾ 10 ਚੋਂ ਤੁਹਾਡੇ 5 ਵੀਜ਼ੇ ਹੀ ਆਣੇ ਆ PT ਦੇ, ਬਟ ਆਈ 'ਚ ਜਿਹੜਾ ਸਕਸੈਸ ਰੇਟ ਹੈਗਾ ਉਹ ਜ਼ਿਆਦਾ ਹੁੰਦਾ ਹਮੇਸ਼ਾ, 10 ਚੋਂ 8 ਵੀਜ਼ੇ ਆਣਗੇ। ਸੋ ਕਿਉਂਕਿ ਗਲੋਬਲੀ ਰੈਕਗਨਾਈਜ਼ਡ ਹੈਗਾ ਆਇਲਸ, ਐਂਡ ਵਧੀਆ ਐਜੂਕੇਸ਼ਨ ਆਇਲਸ ਦੇ ਇੱਕ ਸਕਰੂਟਨੀ ਹੁੰਦੀ ਹੈ, ਵਧੀਆ ਇੱਕ ਤਰੀਕੇ ਨਾਲ ਬੱਚਾ ਇੱਕ ਆਇਲਸ ਦਾ ਪੇਪਰ ਦਿੰਦਾ ਹੈ। ਸੋ ਇਮੀਗ੍ਰੇਸ਼ਨ ਨੂੰ ਵੀ ਬੜਾ ਕੌਨਫੀਡੈਂਸ ਹੁੰਦਾ ਜਿਹੜੇ ਬੱਚੇ ਹੁਣ ਆਇਲਸ ਦਿੰਦੇ ਆ। PT ਇਜ਼ ਵੈਰੀ ਗੁੱਡ, PT ਦੀ ਅਸੈਪਟੈਂਸ ਵੱਧ ਰਹੀ ਹੈ ਹੁਣ ਕੈਨੇਡਾ 'ਚ, ਕਿਉਂਕਿ ਕੈਨੇਡਾ ਹਾਈ ਕਮਿਸ਼ਨ ਵੀ ਕਹਿ ਰਹੀ ਹੈ ਕਿ ਸੈਪਟੈਂਬਰ ਤੋਂ ਬਾਅਦ PT ਨੂੰ ਇੱਕ ਆਫੀਸ਼ੀਅਲ ਲੈਂਗੁਏਜ ਬਣਾਇਆ ਜਾਏਗਾ ਐਂਡ PT ਨੂੰ ਵੀ ਓਨੀ ਇੰਪੋਰਟੈਂਸ ਦਿੱਤੀ ਜਾਏਗੀ। ਬਟ ਇਹ ਸਾਰੀ ਹੈਗੀ ਸਪੈਕੂਲੇਸ਼ਨਸ, ਇਹ ਫਿਊਚਰ ਦੀ ਗੱਲ ਹੋ ਰਹੀ ਹੈ। ਬੱਚਿਆਂ ਨੇ ਹੁਣ ਸਾਡਾ ਇਨਟੇਕ ਅਪਲਾਈ ਕਰਨਾ ਹੈ ਫॉर ਸੈਪਟੈਂਬਰ,
ਸਰ ਸਪਟੈਂਬਰ ਦੇ ਵਿੱਚ ਜੇ ਬੱਚਾ ਰਿਫਿਊਜ਼ਲ ਨਹੀਂ ਚਾਹੁੰਦਾ, ਜੇ ਬੱਚਾ ਕਹਿੰਦਾ ਕੈਨੇਡਾ ਲਈ ਮੈਨੂੰ ਸਰ ਇੱਕ ਸ਼ਾਰਟ 'ਚ ਇੱਕ ਚੀਜ਼ ਦੱਸੋ, ਤਾਂ ਮੈਂ ਇਹੀ ਚੀਜ਼ ਕਹੂੰਗਾ ਕਿ ਅਪਲਾਈ ਕਰੋ, ਆਇਲਸ ਦੇ ਬੇਸ ਤੇ ਕਰੋ, ਵਧੀਆ ਬੈਂਡ ਸਕੋਰ ਲੈ ਕੇ ਆਓ, ਉਸ ਤੋਂ ਬਾਅਦ ਫਿਰ ਮੇਰੇ ਨਾਲ ਗੱਲ ਕਰੋ। ਜੇ ਤੁਹਾਡਾ ਪ੍ਰੋਫਾਈਲ ਚੰਗਾ ਹੈ, ਤੁਹਾਡਾ ਕੰਸਲਟੈਂਟ ਚੰਗਾ ਹੈ, ਤੁਹਾਡਾ ਵੀਜ਼ਾ ਨਹੀਂ ਰੁਕ ਸਕਦਾ। ਜੇ ਤੁਹਾਡਾ ਵੀਜ਼ਾ ਰੁਕ ਗਿਆ ਤਾਂ ਉਹਦੇ ਵਿੱਚ ਇੱਕ ਬੱਚੇ ਦੀ ਵੀ ਹਾਰ ਹੈ ਤੇ ਮੇਰੀ ਵੀ ਹਾਰ ਹੈ। ਤਾਂ ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਬੱਚੇ ਨੂੰ ਬਹੁਤ ਜ਼ਿਆਦਾ ਹੇਰ ਫੇਰ ਨਾ ਕਰਾਈ ਜਾਏ, ਬੱਚੇ ਨੂੰ ਨਵੀਂ ਨਵੀਂ ਰਾਹਾਂ ਨਾ ਦਿਖਾਈ ਜਾਣ। ਜਿਹੜੀ ਕੰਟਰੀ ਦਾ ਪ੍ਰੈਫਰੈਂਸ ਉਹ ਲੈ ਕੇ ਆਇਆ, ਉਸ ਕੰਟਰੀ ਲਈ ਉਹਨੂੰ ਪ੍ਰੀਪੇਅਰ ਕੀਤਾ ਜਾਏ ਐਂਡ ਉਸੇ ਕੰਟਰੀ ਲਈ ਉਹਦਾ ਵੀਜ਼ਾ ਵੀ ਹਾਸਿਲ ਕੀਤਾ ਜਾਏ। ਸੋ ਇਹ ਚੀਜ਼ਾਂ ਨਾਲ ਬੱਚੇ ਦੇ ਆਪਣਾ ਵੀਜ਼ਾ ਆਏਗਾ ਐਂਡ ਚੰਗੇ ਤਰੀਕੇ ਨਾਲ ਉਹਦੀ ਫਾਈਲ ਪ੍ਰੈਜ਼ੈਂਟ ਹੋਏਗੀ। ਕਿਉਂਕਿ ਹੁਣ ਫਾਈਲ ਨੂੰ ਇੱਕ ਕਾਲ ਲੈ ਲਈਏ। ਹੈਲੋ, हेलो ਸਤਿ ਸ਼੍ਰੀ ਅਕਾਲ ਜੀ। गुड आफ्टरनून सर। ਹਾਂਜੀ, गुड इवनिंग जी। सर आप यूट्यूब में ब्लॉग बनाते हो क्या? हाँ जी सर, यूट्यूब पे ब्लॉग बनाते हैं जी। हमने देखा था एक ऑस्ट्रेलिया के लिए ओरेकल का वैकेंसी है, हम्म, तो वो क्या रियल है? क्या कह रहे हैं सर आप? मतलब जो आप डाले हुए वो रियल मतलब जरूरत है ऑस्ट्रेलिया में? मतलब क्या क्वेश्चन क्या है सर आपका? मतलब वो पोस्ट वैकेंसी खाली है क्या, ये पूछ रहे हैं। सर हमारा काम स्टूडेंट वीज़ा का है जी, हम स्टूडेंट वीज़ा कंसल्टेंट है, हम स्टूडेंट वीज़ा प्रोवाइड करते हैं बच्चे को। अच्छा, हम भी अभी 12 पास आउट किए 2023 में बिहार बोर्ड से, हाँ हाँ, तो हमने भी मतलब कि ऑस्ट्रेलिया में पढ़ाई के लिए कोशिश करना है, तो उसके लिए क्या कर सकते हैं? तो आपको सर आइल्स देना पड़ेगा, उसके लिए पीटी, आइल्स या पीटी देना पड़ेगा। जुलाई इनटेक के लिए अप्लाई करोगे आप, उसके लिए एक इंग्लिश का टेस्ट होता है, वो आपको क्लियर करना पड़ेगा। अच्छा, तो हम ये बात बोल रहे हैं आपको, हमारा इंग्लिश इतना हार्ड नहीं है, तो इसके लिए हम मेहनत करेंगे तो सब चीज हो पाएंगे यार। बिल्कुल हो पाएंगे सर, मेहनत से सब कुछ हो जाता है। आप अच्छे इंस्टीट्यूट में कोचिंग लो और वहाँ पे अपना मैक्सिमम अपना प्रैक्टिस करो, तो आपके अच्छे आ जाएंगे स्कोर फिर इंग्लिश का। अच्छा, तो मतलब ये इंस्टीट्यूट के लिए और आइल्स के लिए आप हेल्प कर सकते हैं ज्वाइन इधर उधर के लिए? सर हमारा ऑफिस चंडीगढ़ में है, अगर आप चंडीगढ़ आ सकते हैं तो हम आपको सारा कुछ प्रिपेयर करवा देंगे। तो मतलब कि मोबाइल से कुछ बात पे करके नहीं हो पाएगा ऑनलाइन? सर बिल्कुल हो जाएगा, हमारी एक वेबसाइट है ebritishIELTS.com, उस पर आप लॉग इन कर सकते हैं और उससे आप अवेल कर सकते हैं ऑनलाइन आइल्स कोचिंग, ऑनलाइन पढ़ाई भी कर सकते हैं? ऑनलाइन पढ़ाई कर सकते हैं। अब एग्जाम देने के लिए तो वहीं पढ़ाना पड़ेगा? वो एग्जाम देने के लिए सेंटर्स बनते हैं, बिहार में भी सेंटर बनेगा, वहाँ पे एग्जाम दे सकते हो आप। अच्छा, हम लोग दो है, मैं और एक फ्रेंड, हम लोग चाहते हैं कि जैसे कि ऑस्ट्रेलिया के लिए क्या करना पड़ेगा, वो हमको पूरा तो जानकारी नहीं है। तो या तो आप ना एक बार पढ़ाई किए हैं, या तो एक बार आप ऑफिस आ जाओ चंडीगढ़, अगर आप आ सकते हो तो हम आपको प्रॉपर एक गाइडेंस दे सकते हैं। अगर आपने यहाँ पे कोचिंग लेनी यहाँ पे भी ले सकते हो, हॉस्टल फैसिलिटी भी है हमारे पास यहाँ पे। तो अगर आपको लगता है कि आपको चंडीगढ़ बेटर गाइड कर सकते हैं तो आप यहाँ पे आके देख सकते हो, नहीं तो आप हमसे टेलीफोनिक प्रोसेसिंग भी करवा सकते हो। नहीं हमको मतलब बेहतर टेलीफोन ही लग रहा है, इसलिए कि वहाँ पर बिहार से है ना हम लोग, तो वहाँ पर आने में टाइम नहीं, इधर उधर आते समझ भी लेंगे, ठीक है पहले टेलीफोन से कर लेते हैं, ज्यादा जरूरत पड़े तो वहाँ पर आ जाए। ठीक है, आप एक बार ना फिर आप कल सुबह फोन करना ऑफिस में, तो आपको सारी गाइडेंस देंगे। एक बार अपनी काम करेंगे तो हो जाएगा? बिल्कुल सर बिल्कुल, इसी ये आपके लिए नंबर है जी, आप इसी नंबर पे कॉल करो तो हम फिर आपको। मतलब नाराज नहीं ना होंगे? नहीं सर, नाराज क्यों होंगे सर, आपके लिए तो बैठे हैं आपके काम करने के लिए। जी, आप ज्यादा सब सुन रहे हैं, ज्यादा फेक होते हैं, ज्यादा रियल होते हैं, तो इसको ये किस तरह पहचाने? सर वो तो देखो, अब आपको अब मेरी शक्ल पे तो नहीं लिखा मैं फेक हूँ या मैं रियल हूँ या ठीक काम कर रहा हूँ। अगर मैं ऑनलाइन आके आपको गाइडेंस दे रहा हूँ तो कोई तो इसमें एक होगा ना फायदा बच्चों के लिए। जी हाँ, तो इसीलिए सर आप कल कॉल कीजिए इस नंबर पे, फिर आपको सारा गाइड करते हैं हम। ठीक है सर, ठीक है सर, थैंक यू। सो ਬੱਚਿਆਂ ਦੇ ਮਾਈਂਡ 'ਚ ਬਹੁਤ ਜ਼ਿਆਦਾ ਹੁੰਦਾ ਕਿ ਬਈ ਕੋਈ ਕੰਸਲਟੈਂਟ ਫੇਕ ਹੈ ਜਾਂ ਨਹੀਂ ਹੈ, ਕਿਉਂਕਿ ਓਬਵੀਅਸਲੀ ਬੱਚੇ ਦਾ ਜਿਹੜਾ ਡਾਊਟ ਹੈਗਾ ਉਹ ਬਿਲਕੁਲ ਜੈਨੂਇਨ ਹੈਗਾ ਕਿ ਬੱਚੇ ਦੇ ਪੈਸੇ ਨਾ ਖਰਾਬ ਹੋ ਜਾਣ, ਘੱਟੋ ਘੱਟ ਜਿਹੜੇ ਵੀ ਪੇਰੈਂਟਸ ਨੇ ਕਮਾਏ ਹੈਗੇ ਆ। ਸੋ ਇਹ ਜਾਣਕਾਰੀ
ਕਿੱਦਾਂ ਮਿਲੇਗੀ? ਬੱਚੇ ਕੰਸਲਟੈਂਟ ਦੀ ਪੁਰਾਣੀ ਸਕਸੈਸ ਸਟੋਰੀਜ਼ ਦੇਖੋ, ਉਹਦੇ ਲਾਈਵ ਸ਼ੋਅ ਦੇਖੋ। ਸੋ ਇਸ ਕਰਕੇ ਤੁਹਾਨੂੰ ਪਤਾ ਚੱਲੇਗਾ ਕਿ ਕੰਸਲਟੈਂਟ ਕਿੰਨਾ ਕੁ ਐਫਰਟ ਮਾਰ ਰਿਹਾ ਬੱਚਿਆਂ ਦੇ ਉੱਤੇ, ਉਹਦੀ ਨੌਲੇਜ ਕਿੰਨੀ ਹੈਗੀ ਹੈ। ਕਿਉਂਕਿ ਜਿਹੜਾ ਫੇਕ ਹੋਏਗਾ ਉਹਦੀ ਨੌਲੇਜ ਵੀ ਫੇਕ ਹੀ ਹੋਈ। 2-3 ਕੰਸਲਟੈਂਟ ਕੋਲ ਜਾਓ ਐਂਡ ਦੈਨ ਮੇਕ ਯੋਰ ਆਈਡੀਆ ਕਿ ਇਹ ਚੰਗਾ ਕੰਸਲਟੈਂਟ ਹੈ ਜਾਂ ਨਹੀਂ ਹੈ। ਉਦਤ ਜੀ, ਮੇਰਾ ਲਾਸਟ ਸਵਾਲ ਹੈ ਛੋਟਾ ਜਿਹਾ, STS ਤੇ ਨਾਨ STS, ਇਹਨਾਂ ਦੋਨਾਂ ਦੇ ਵਿੱਚ ਥੋੜਾ ਜਿਹਾ ਦੱਸ ਦਿਓ ਕਿ ਸਕਸੈਸ ਦੇ ਰੇਟ ਕੀ ਨੇ STS ਤੇ ਨਾਨ STS ਦੇ ਵਿੱਚ। ਸੋ ਸਰ, SDS ਦਾ ਮਤਲਬ ਹੁੰਦਾ ਹੈ ਸਟੂਡੈਂਟ ਡਾਇਰੈਕਟ ਸਟਰੀਮ। ਇਹ ਬੇਸਿਕਲੀ ਏਸ਼ੀਅਨ ਕੰਟਰੀਜ਼ ਲਈ ਸ਼ੁਰੂ ਕੀਤਾ ਸੀਗਾ, ਬੰਗਲਾਦੇਸ਼, ਸ਼੍ਰੀਲੰਕਾ, ਇੰਡੀਆ, ਫਿਲੀਪੀਨਸ। ਇਹਦੇ ਵਿੱਚ ਇਹ ਸੀਗਾ ਕਿ ਜਿਹੜੇ ਵੀ ਕਾਲਜਿਸ ਪਾਰਟਿਸਿਪੇਟ ਕਰ ਰਹੇ ਆ SDS ਵਿੱਚ, ਉਹਨਾਂ ਦੀ ਜਿਹੜੀ ਬੱਚਿਆਂ ਦੀ ਜਿਹੜੇ ਬੱਚੇ ਹੁਣ ਕਾਲਜਿਸ ਲਈ ਅਪਲਾਈ ਕਰ ਰਹੇ ਆ, ਉਹਦੀ ਜਿਹੜੀ ਪ੍ਰੋਸੈਸਿੰਗ ਹੈਗੀ ਹੈ ਉਹ ਫਾਸਟ ਹੋਏਗੀ ਨਾਨ SDS ਦੇ ਕੰਪੈਰੀਜ਼ਨ ਵਿੱਚ। ਦੇ ਤੁਸੀਂ ਹੁਣ ਆਈ ਕਮਿਸ਼ਨ ਦੀ ਵੈਬਸਾਈਟ ਵੀ ਪੜ੍ਹੋਗੇ, ਉਹਨਾਂ ਨੇ ਇਹ ਕਿਹਾ ਸੀਗਾ ਕਿ 20 ਤੋਂ 25 ਦਿਨ ਵਿੱਚ ਇਹਨਾਂ ਦਾ ਰਿਜ਼ਲਟ ਆਏਗਾ SDS ਕੈਟੇਗਰੀ ਦੇ ਸਟੂਡੈਂਟਸ ਦਾ। ਸੋ ਆਲ ਇਨ ਆਲ SDS ਦੇ ਵਿੱਚ ਇਹ ਚੀਜ਼ ਹੁੰਦੀ ਹੈ ਕਿ ਬੱਚੇ ਦੀ 1 ਸਾਲ ਦੀ ਫੀਸ ਜਾਂਦੀ ਹੈ ਐਡਵਾਂਸ ਵਿੱਚ, ਇੱਕ GIC ਜਾਂਦਾ ਹੈ ਜਿਹੜਾ ਹੁੰਦਾ 6 ਲੱਖ ਰੁਪਏ ਦਾ। ਸੋ ਆਇਲਸ ਮੈਂਡੇਟਰੀ ਹੈਗਾ, ਐਂਡ ਇੱਕ ਤੁਹਾਡੀ ਫੈਮਿਲੀ ਇਨਫੋਰਮੇਸ਼ਨ ਜਾਂਦੀ ਹੈ। ਇਹ 4 ਚੀਜ਼ਾਂ SDS ਕੈਟੇਗਰੀ ਵਿੱਚ ਜਾਂਦੀ ਹੈ। ਸੋ ਜੇ ਤੁਹਾਡੀ ਫਾਈਲ SDS ਕੈਟੇਗਰੀ ਵਿੱਚ ਲੱਗੀ ਹੈ, ਆਟੋਮੈਟਿਕਲੀ ਤੁਹਾਡੇ ਜਿਹੜੇ ਚਾਂਸਿਸ ਆਫ ਵੀਜ਼ਾ ਹੈਗੇ ਆ ਉਹ ਕਾਫੀ ਜ਼ਿਆਦਾ ਸਟਰੋਂਗ ਹੋ ਜਾਂਦੇ ਆ। 10 ਚੋਂ 7-8 ਵੀਜ਼ੇ ਤੁਹਾਡੇ ਆਣੇ ਚਾਹੀਦੇ ਜੇ ਚੰਗੀ ਤਰੀਕੇ ਨਾਲ ਫਾਈਲ ਲੱਗੀ ਹੋਈ ਹੈ। ਨਾਨ SDS ਦਾ ਮਤਲਬ ਇਹ ਹੁੰਦਾ ਹੈ ਕਿ ਜਿਹਦੇ ਵਿੱਚ ਵਰਕ ਪਰਮਿਟ ਨਹੀਂ ਹੈ, ਕਿਉਂਕਿ SDS ਵਿੱਚ ਵਰਕ ਪਰਮਿਟ ਹੁੰਦਾ ਹੈ, ਨਾਨ SDS ਵਿੱਚ ਵਰਕ ਪਰਮਿਟ ਨਹੀਂ ਹੁੰਦਾ। ਹੁਣ ਨਾਨ SDS ਵਿੱਚ ਕੀ ਹੁੰਦਾ ਕਿ ਬਈ ਤੁਸੀਂ ਅਪਲਾਈ ਕਰਦੇ ਹੋ, ਅਪਲਾਈ ਤੋਂ ਬਾਅਦ ਤੁਹਾਡਾ ਵੀਜ਼ਾ ਜਿਹੜਾ ਹੈਗਾ, ਤੁਸੀਂ ਇੱਕ ਕਾਲਜ ਵਿੱਚ ਅਪਲਾਈ ਕਰਦੇ ਹੋ, ਕਾਲਜ ਵਿੱਚ ਆਫਰ ਲੈਟਰ ਮੰਗਾਦੇ ਹੋ, ਬਟ ਇਹਦੇ ਵਿੱਚ ਇਹ ਹੁੰਦਾ ਕਿ ਕਾਲਜ ਦੀ ਫੀਸ ਥੋੜੀ ਜਿਹੀ ਘੱਟ ਹੁੰਦੀ ਹੈ, ਹੋ ਸਕਦਾ ਘੱਟ ਹੋਏ। GIC ਆਪਸ਼ਨਲ ਹੁੰਦਾ ਹੈ, ਐਂਡ ਇਹਦੇ ਵਿੱਚ ਤੁਹਾਨੂੰ ਆਪਣੀ ਫੈਮਿਲੀ ਦੀ ਇੱਕ ਫਾਈਨੈਂਸ਼ੀਅਲ ਸਟੇਟਮੈਂਟ ਲਾਣੀ ਪੈਂਦੀ ਹੈ। ਸੋ ਇਹ ਨਾਨ SDS ਦਾ ਪਾਰਟ ਹੈ। SDS ਵਿੱਚ ਤੁਸੀਂ ਆਪਣੀ ਪੇਰੈਂਟ ਦੀ ਫਾਈਨੈਂਸ਼ੀਅਲ ਸਟੇਟਮੈਂਟ ਨਹੀਂ ਲਾਉਂਦੇ, ਕਿਉਂਕਿ ਤੁਸੀਂ ਆਪਣੇ ਫੰਡਸ ਪਹਿਲਾਂ ਹੀ ਐਜ਼ ਅ GIC ਦਿਖਾ ਚੁੱਕੇ ਹੋ। ਸੋ ਨਾਨ SDS ਵਿੱਚ ਯੈਸ, ਤੁਹਾਨੂੰ ਆਪਣੇ ਪੇਰੈਂਟਸ ਦੀ ਫਾਈਨੈਂਸ਼ੀਅਲ ਦਿਖਾਣੀ ਪੈਂਦੀ ਹੈ, ਐਂਡ GIC ਇਜ਼ ਆਪਸ਼ਨਲ। ਸੋ ਇਹਦੇ ਵਿੱਚ ਜਿਹੜਾ ਇੱਕ ਸਕਸੈਸ ਸਟੋਰੀ ਹੈ, 10 ਚੋਂ 4 ਤੋਂ 5 ਵੀਜ਼ੇ ਨਿਕਲਦੇ ਆ। ਸੋ ਦ ਸਕਸੈਸ ਐਜ਼ ਕੰਪੇਅਰ ਟੂ SDS ਐਂਡ ਨਾਨ SDS, SDS ਇਜ਼ ਆਲਵੇਜ਼ ਮੋਰ ਐਂਡ ਬੈਟਰ, ਕਿਉਂਕਿ ਉਹਦੇ ਵਿੱਚ ਥੋੜੇ ਜਿਹੇ ਕਾਲਜ ਵੀ ਬੈਟਰ ਹੁੰਦੇ ਆ ਐਂਡ ਵਰਕ ਪਰਮਿਟ ਵੀ ਹੁੰਦਾ ਹੈ। ਜੇ ਵਰਕ ਪਰਮਿਟ ਮਿਲੇਗਾ 2 ਸਾਲ ਦੀ ਪੜ੍ਹਾਈ ਤੋਂ ਬਾਅਦ 3 ਸਾਲ ਦਾ ਵਰਕ ਪਰਮਿਟ, ਉਹਦੇ ਵਿੱਚ ਬੱਚਾ ਬਹੁਤ ਅਪਰਚੁਨਿਟੀਜ਼ ਗੇਨ ਕਰਦਾ ਹੈ। ਕਿਉਂਕਿ ਨਾਨ SDS ਦੇ ਵਿੱਚ ਜਦ ਬੱਚੇ ਦਾ ਵੀਜ਼ਾ ਲੱਗਦਾ ਵੀ ਹੈ, ਉਹਨੂੰ ਫਿਰ ਵੀ ਇੱਕ ਜੌਬ ਆਫਰ ਲੈਟਰ ਚਾਹੀਦੀ ਹੈ। ਉਹਦੇ ਵਿੱਚ ਕੀ ਹੁੰਦਾ ਹੈ, ਉਹ ਘੱਟੋ ਘੱਟ ਕਾਫੀ ਉੱਧਰ ਵੀ ਕਾਫੀ ਵਕੀਲਾਂ ਕੋਲ ਜਾਂਦਾ ਹੈ, ਆਪਣੀ ਵੀਜ਼ਾ ਨੂੰ ਕਨਵਰਟ ਕਰਵਾਉਣ ਦੀ ਕੋਸ਼ਿਸ਼ ਕਰਦਾ ਹੈ, ਜਿਹਦੇ ਵਿੱਚ ਉਹ ਘੱਟੋ ਘੱਟ 20 ਤੋਂ 25 ਲੱਖ ਰੁਪਏ ਆਪਣੇ ਖਰਾਬ ਕਰਦਾ ਹੈ। ਸੋ ਇੱਕ ਟੈਨਸ਼ਨ ਹਮੇਸ਼ਾ ਬੱਚੇ ਦੇ ਮਾਈਂਡ 'ਚ ਬਣੀ ਰਹਿੰਦੀ ਹੈ ਕਿ ਬਈ ਇਹ ਚੀਜ਼ ਬੱਚੇ ਇੱਧਰ ਵੀ ਪੈਸੇ ਲਾ ਰਹੇ ਆ, ਉੱਧਰ ਵੀ ਪੈਸੇ ਲਾਏਗਾ। ਸੋ ਘੱਟੋ ਘੱਟ ਬੱਚੇ ਦਾ 30-40 ਲੱਖ ਰੁਪਏ ਲੱਗ ਜਾਂਦਾ ਹੈ। ਸੋ ਜੇ ਬੱਚਾ ਤਰੀਕੇ ਨਾਲ ਹੀ, ਐਕਚੁਅਲੀ ਜਿਹੜੀਆਂ ਸਹੂਲਤਾਂ ਦਿੱਤੀ ਹੋਈ ਹੈ ਕੈਨੇਡਾ ਗਵਰਨਮੈਂਟ ਨੇ ਬਹੁਤ ਚੰਗੀ ਦਿੱਤੀ ਹੋਈ ਹੈ, ਅਸੀਂ ਹੋ ਸਕਦਾ ਕਦੇ ਇਹਨੂੰ ਖਰਾਬ ਕਰਦੇ ਹਾਂ, ਰਾਈਟ। ਸੋ ਇਹਨਾਂ ਨੇ ਬੜਾ ਇੱਕ ਸਟ੍ਰੀਮਲਾਈਨ ਪ੍ਰੋਸੈਸ ਬਣਾਇਆ ਹੋਇਆ ਹੈ, ਉਹਨੂੰ ਜੇ ਆਪਾਂ ਫੋਲੋ ਕਰੀਏ ਤੇ ਤਰੀਕੇ ਨਾਲ ਕੰਮ ਕਰੀਏ ਤਾਂ ਮੈਨੂੰ ਲੱਗਦਾ ਹੈ ਕਿ ਬੱਚੇ ਦਾ ਵੀਜ਼ਾ ਵੀ ਆ ਸਕਦਾ ਹੈ ਐਂਡ ਅੱਗੇ ਉਹਨੂੰ ਵਰਕ ਪਰਮਿਟ ਵੀ ਚੰਗੇ ਤਰੀਕੇ ਨਾਲ ਮਿਲ ਸਕਦਾ ਹੈ। ਸੋ ਇਹ ਇਹਦਾ ਆਨਸਰ ਸੀਗਾ। ਬਿਲਕੁਲ, ਥੈਂਕ ਯੂ ਸਰ, ਤੁਸੀਂ ਬਹੁਤ ਵਧੀਆ ਜਿਹੜੀ ਗਾਈਡ ਸਟੂਡੈਂਟਸ ਨੂੰ ਕੀਤਾ ਹੈ। ਤੇ ਮੈਂ ਸਟੂਡੈਂਟਸ ਨੂੰ ਵੀ ਕਹਿਣਾ ਚਾਹਾਂਗਾ, ਕਿਸੇ ਵੀ ਤਰੀਕੇ ਦਾ ਸਵਾਲ ਤੁਹਾਡਾ ਲਾਈਵ ਦੇ ਵਿੱਚ ਰਹਿ ਗਿਆ ਹੋਵੇ ਜਾਂ ਕਾਲ ਕਈ ਵਾਰੀ ਨਹੀਂ ਅਟੈਂਡ ਹੁੰਦੀ, ਤਾਂ ਤੁਸੀਂ ਇਹਨਾਂ ਨੂੰ ਕਿਸੇ ਵੀ ਟਾਈਮ ਕਾਲ ਕਰ ਸਕਦੇ ਹੋ। ਔਰ ਸਕਰੀਨ ਦੇ ਉੱਪਰ ਐਡਰੈਸ ਦਿੱਤਾ ਹੋਇਆ ਇਹਨਾਂ ਦੇ ਆਫਿਸ ਦਾ ਚੰਡੀਗੜ੍ਹ ਦੇ ਵਿੱਚ, ਉਸ ਆਫਿਸ ਦੇ ਵਿੱਚ ਜਾ ਕੇ ਤੁਸੀਂ ਵਿਜ਼ਿਟ ਕਰ ਸਕਦੇ ਹੋ। ਔਰ ਤੁਹਾਡੀ ਸਟੂਡੈਂਟ ਰਿਲੇਟਡ, ਫਾਈਲ ਰਿਲੇਟਡ ਕਿਸੇ ਵੀ ਤਰੀਕੇ ਦੀ ਇਨਕੁਆਇਰੀ ਹੈ ਸਟੂਡੈਂਟ ਵੀਜ਼ਾ ਦੇ ਰਿਲੇਟਡ, ਚਾਹੇ ਉਹ ਕੈਨੇਡਾ ਹੈ, ਆਸਟ੍ਰੇਲੀਆ ਹੈ, UK ਹੈ, USA ਹੈ, ਤੁਸੀਂ ਇਹਨਾਂ ਦੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ। ਐਡਰੈਸ ਦਿੱਤਾ ਹੋਇਆ ਹੈ। ਸੋ ਵਨਸ ਅਗੇਨ ਥੈਂਕ ਯੂ ਸਰ, ਤੁਸੀਂ ਬਹੁਤ ਵਧੀਆ ਸਟੂਡੈਂਟਸ ਦੇ ਸਵਾਲਾਂ ਦੇ ਵੀ ਜਵਾਬ ਦਿੱਤੇ ਹੈ। ਤੇ ਫਿਰ ਸਟੂਡੈਂਟਸ ਨੂੰ ਵੀ ਕਹਿਣਾ ਚਾਹਾਂਗਾ, ਇਸੇ ਟਾਈਮ ਕੱਲ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਧੰਨਵਾਦ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਤੁਹਾਡਾ ਬਹੁਤ ਬਹੁਤ।
ਸਾਨੂੰ ਸ਼ੋਅ ਤੇ ਬੁਲਾਉਣ ਲਈ ਐਂਡ ਸਵਾਲ ਪੁੱਛਣ ਲਈ ਐਂਡ ਸਟੂਡੈਂਟ ਨੂੰ ਦੱਸਣ ਲਈ ਕਿ ਬਈ ਕੀ ਪ੍ਰੋਬਲਮਸ ਆ ਸਕਦੀ ਹੈ ਤੇ ਅਸੀਂ ਇੱਕ ਛੋਟੀ ਜੀ ਉਹਦਾ ਇੱਕ ਹੈਲਪ ਕਰ ਸਕਦੇ ਹਾਂ ਬਸ। ਬਾਕੀ ਸਟੂਡੈਂਟ ਦੀ ਮਰਜ਼ੀ ਐਂਡ ਬਸ। ਧੰਨਵਾਦ ਤੁਹਾਡਾ ਬਹੁਤ ਬਹੁਤ। ਥੈਂਕ ਯੂ ਥੈਂਕ ਯੂ। ਥੈਂਕ ਯੂ ਜੀ, ਥੈਂਕ ਯੂ।